ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੁਣਿਐ ਈਸ਼ਰ ਬਰਮਾ ਇੰਦ, ਸੁਣਿਐ ਈਸ਼ਰ ਬਰਮਾ ਇੰਦ, ਸੁਣਿਐ ਮੁਖ ਸਾਲਾਹਣ ਮੰਦ, ਸੁਣਿਐ ਜੋਗ ਜੁਗਤ ਧਨ ਭੇਦ, ਸੁਣਿਐ ਸਾਸਤ ਸਿਮ੍ਰਿਤ ਵੇਦ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ, ਸੁਣਿਐ ਸਤ ਸੰਤੋਖ ਗਿਆਨ, ਸੁਣਿਐ 68 ਕਾ ਇਸ਼ਨਾਨ, ਸੁਣਿਐ ਪੜ ਪੜ ਪਾਵਹਿ ਮਾਨ, ਸੁਣਿਐ ਲਾਗੈ ਸਹਿਜ ਧਿਆਨ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗਾ ਟਲ ਸ਼ਬਦ ਸਤਿਗੁਰੂ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਗੁਰਦੇਵ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਦੇਰ ਸ਼ਾਮ ਆਪ ਗੁਰੂ ਦਰਬਾਰ ਹਾਜ਼ਰ ਹੋਏ ਹੋ। ਇਹ ਸਮਾਂ ਰਚਨਾ ਜਪਜੀ ਸਾਹਿਬ ਵਿਚਾਰਨ ਦਾ ਹੈ। ਇਸ ਵਿੱਚ ਸੁਣਿਆਂ ਦੀਆਂ ਪੌੜੀਆਂ ਵਿਚਾਰੀਆਂ ਜਾ ਰਹੀਆਂ ਨੇ। 8, 9 ਅਤੇ 10 ਨੰਬਰ ਪੌੜੀ ਦਾ ਪਾਠ ਆਪਨੇ ਸਰਵਨ ਕੀਤਾ ਹੈ। 9 ਨੰਬਰ ਪੌੜੀ ਕੱਲ ਵਿਆਖਿਆ ਰਹੇ ਸੀਗੇ, ਬਟ ਡਿਟੇਲ ਚਲੇ ਗਏ, ਥੋੜਾ ਸਮਾਂ ਸਾਡੇ ਕੋਲ ਸਮਾਪਤ ਹੋ ਗਿਆ, ਸੋ ਵੀ had to wind up in between. So now we will actually see first that paudi, and afterward, if we have time, we can discuss 10 number paudi. So जो गुरु साहब बचन कह रहे सीगे, सुने हैं सुने हैं सुने हैं, फिर ध्यान नाल देखना। सस्से नूं औंकड़, हणाणे नूं सिहारी, ऐड़ा ते ऐड़े नूं दुलावा। ਇਹਦਾ ਉਚਾਰਨ ਠੀਕ ਹੋ ਜਾਏ, ਪੜ੍ਹਨ ਦੇ ਵਿੱਚ, ਉਹਨੂੰ ਸਮਝਣ ਦੇ ਵਿੱਚ, ਅੰਡਰਸਟੈਂਡ ਕਰਨ 'ਚ ਸਾਡੇ ਲਈ ਈਜ਼ੀ ਹੋ ਜਾਏਗਾ। ਸੁਣਿਆ, ਸੁਣਨ ਕਰਕੇ, ਜਿਹਨੂੰ ਅਸੀਂ ਆਫਟਰ ਪੁਟਿੰਗ ਇੰਟੈਂਟਿਵ ਲਿਸਨਿੰਗ ਇਨ ਆਵਰ ਐਫਰਟ, ਇਹ ਮੇਨ ਮੈਸੇਜ ਬਣਦਾ ਹੈਗਾ। ਕਿਉਂਕਿ ਐਫਰਟ ਸਿਰਫ ਇਹ ਨਹੀਂ ਨਾ ਹੁੰਦੀ ਕਿ ਤੁਸੀਂ ਜਿਹੜਾ ਕਰਮ ਹੈ ਉਹ ਹੱਥਾਂ ਨਾਲ ਹੀ ਕਰਦੇ ਹੋ। ਹੱਥ ਇੰਦਰੇ ਨੇ, ਇਹਨਾਂ ਨਾਲ ਕਰਮ ਹੁੰਦਾ ਹੈ, ਪੈਰ ਇੰਦਰੇ ਨੇ, ਕਰਮ ਹੁੰਦਾ ਹੈ। ਪਰ ਜਿਹੜਾ ਸਭ ਤੋਂ ਜਿਹੜਾ ਹੈਗਾ ਆ ਫਾਈਨੈਸਟ ਐਂਡ ਹਾਰਡੈਸਟ ਐਕਟ ਜਾਂ ਐਕਟ, ਜਿਹੜਾ ਅਮਲ ਹੈਗਾ, ਉਹ ਸਾਡੀਆਂ ਸੈਂਸਸ ਕਰਦੀਆਂ ਨੇ। ਜੇ ਅਸੀਂ ਅਵੇਅਰ ਹੋਈਏ ਤਾਂ ਉਹਨਾਂ ਸੈਂਸਸ ਦੇ ਜ਼ਰੀਏ ਅਸੀਂ ਬਹੁਤ ਚੰਗੇਰਾ ਗਿਆਨ ਅਰਜਿਤ ਕਰ ਸਕਦੇ ਹਾਂ। ਜੀਵਨ ਦੀ ਜਿਹੜੀ ਹਾਈਐਸਟ ਪੋਸੀਬਿਲਿਟੀ ਹੈਗੀ ਹੈ ਸਾਡੇ ਵਾਸਤੇ, ਉਹ ਅਸੀਂ ਇੰਜੋਏ ਕਰ ਸਕਦੇ ਹਾਂ। ਅਤੇ ਜੇ ਅਸੀਂ ਅਨਅਵੇਅਰ ਹੋਵਾਂਗੇ ਦੈਨ ਡੈਫੀਨੇਟਲੀ ਸੈਂਸਸ 'ਤੇ ਪਲੇ ਕਰਨਗੀਆਂ ਆਪਣਾ ਰੋਲ, ਬਟ ਇਨ ਦੋਜ਼ ਮੈਨਰਸ ਵੀ ਮਾਈਟ ਨੋਟ ਗੈਟ ਦ ਰੀਅਲ ਔਰ ਐਕਚੁਅਲੀ appropriate results which we really want, or which we are really seeking from our life. ਇੱਥੇ ਜਿਹੜੀ ਬਾਤ ਆ ਰਹੀ ਹੈ, ਸੁਣਿਆ, ਇੰਟੈਂਟਿਵ ਲਿਸਨਿੰਗ ਦੀ ਐਬਿਲਿਟੀ ਨੂੰ, ਉਹਨੂੰ ਜਿਹੜਾ ਹੈਗਾ ਉਹਦੇ ਥ੍ਰੈਸ਼ਹੋਲਡ ਨੂੰ ਟੱਚ ਕਰਨਾ ਉਸ ਲੈਵਲ 'ਤੇ।
ਇਹਦੇ ਜ਼ਰੀਏ ਈਸ਼ਰ ਬ੍ਰਹਮਾ ਇੰਦ ਇਸ ਕੌਨਸੈਪਟ ਨੂੰ ਅੰਡਰਸਟੈਂਡ ਕਰਵਾਇਆ ਗੁਰੂ ਸਾਹਿਬ ਨੇ, ਸਮਝਾਇਆ ਤੁਸੀਂ ਹੋ ਸਕਦੇ, ਤੁਸੀਂ ਆਪਣੇ ਸ਼ਿਵ ਹੋ, ਤੁਸੀਂ ਆਪਣੇ ਬ੍ਰਹਮਾ ਹੋ, ਤੁਸੀਂ ਆਪਣੇ ਇੰਦਰ ਹੋ। ਸਿੱਖੀ 'ਚ ਇਹੀ ਅਟੋਨਮੀ ਹੈ। ਜੇ ਸਿੱਖੀ ਬਾਰੇ ਕਹਾਂ ਨਾ ਮੈਂ ਬੜਾ ਸਰਲ ਭਾਵ ਦੇ ਵਿੱਚ, ਸਿੱਖੀ ਇਜ਼ ਏ ਸੈਲਫ ਡੂਕਿਟ। ਮਤਲਬ ਇਹਦੇ 'ਚ ਤੁਹਾਨੂੰ ਕਿਸੇ ਮੀਡੀਏਸ਼ਨ ਦੀ, ਕਿਸੇ ਬਹਿਰੂਨੀ ਹੈਲਪ ਦੀ ਲੋੜ ਨਹੀਂ ਹੈਗੀ। ਯੂ ਕੈਨ ਅਚੀਵ ਵਟ ਐਵਰ ਯੂ ਵਾਂਟ। ਸਿੱਖੀ ਇਜ਼ ਗਿਵਿੰਗ ਯੂ ਦੈਟ ਅਟੋਨਮੀ ਬਿਕੋਜ਼ ਸੈਲਫ ਡੂ ਕਿਟ ਆ ਨਾ, ਤੁਹਾਨੂੰ ਗੁਰੂ ਸਾਹਿਬ ਨੇ ਕਿਟ ਦੇਤੀ ਬਣਾ ਕੇ, ਪਿਲੋ ਫੜੋ, ਇੰਜੋਏ ਯੋਰ ਲਾਈਫ। ਖਾਸ ਤੌਰ 'ਤੇ ਸਪਿਰਿਚੁਅਲ ਸਾਈਡਸ ਤੋਂ। ਸੋ ਉਹਦੇ 'ਚ ਜਿਹੜੇ ਦੇਵੀ ਦੇਵਤੇ ਲੋਕੀ ਨੇ ਹਾਰਦੇ, ਲੋਕੀ ਪੂਜਦੇ, ਸਭ ਕਹਿੰਦੇ ਤੂੰ ਹੋ ਜਾ, ਸੁਣੇ ਹੈ ਇਹ ਐਬਿਲਿਟੀ ਪੈਦਾ ਕਰ ਆਪਣੇ ਅੰਦਰ, ਤੇ ਫਿਰ ਤੂੰ ਈਸ਼ਰ ਵੀ ਹੈ, ਤੂੰ ਬ੍ਰਹਮਾ ਵੀ ਹੈ, ਤੂੰ ਇੰਦ ਵੀ ਹੈ। ਮੁੱਖ ਸਾਲਾਹਨ ਮੰਦ। ਬੰਦੇ ਦੀ ਆਪ ਅਹਿਸਾਸੀਅਤ ਦੇਖੋ। ਐਜ਼ ਏ ਪੈਰੈਂਟਲ ਰੋਲ ਵਿੱਚੋਂ ਮੈਂ ਗੁਜ਼ਰ ਰਿਹਾ, ਐਂਡ ਮਾਈ ਕਿਡਸ ਆਰ ਐਕਚੁਅਲੀ ਗਿਵਿੰਗ ਮੀ ਨਾਓ ਦ ਸ਼ੇਪ ਵਿਚ ਆਈ ਨੈਵਰ ਐਵਰ ਹੈਵ। ਬੰਦੇ ਨੂੰ ਲੱਗਦਾ ਮੈਂ ਤਾਂ ਠੀਕ ਹੀ ਹਾਂ, ਕਿਉਂਕਿ ਆਪਣੀਆਂ ਨਜ਼ਰਾਂ ਨਾਲ ਹੀ ਆਪਣੇ ਆਪ ਨੂੰ ਵੇਖਣਾ ਹੈ। ਆਲੇ ਦੁਆਲੇ ਨੇ ਤੁਹਾਨੂੰ ਜਿਹੜਾ ਹੈਗਾ ਉਸੇ ਤਰੀਕੇ ਦੇ ਨਾਲ ਤੁਹਾਨੂੰ ਤੁਹਾਡੀ ਸ਼ਲਾਘਾ ਕਰ ਦੇਣੀ ਹੈਗੀ ਹੈ। People gonna appreciate you in any way, and you are thinking yes I am the perfect person। ਸਹੀ ਰੂਪ ਵਿੱਚ ਤੁਹਾਨੂੰ ਸ਼ੇਪ ਤੁਹਾਡੇ ਬੱਚੇ ਦਿੰਦੇ ਨੇ ਜਦੋਂ ਦੱਸਦੇ ਨੇ you know you are telling us to do something, we have some kind of issues, think about yourself। ਫਿਰ ਬੰਦੇ ਨੂੰ ਪਤਾ ਲੱਗਦਾ ਹਾਂ, ਜਿਵੇਂ ਮੇਰੀ ਗੱਲਬਾਤ ਦੇ ਵਿੱਚ ਕਾਫੀ ਜ਼ਿਆਦਾ ਸਰਕਾਜ਼ਮ ਸੀਗਾ, ਮਤਲਬ ਸਰਕਾਜ਼ਮ ਦੇ ਵੇ ਦੇ ਨਾਲ ਗੱਲ ਕਰਨੀ, ਗੱਲ ਕੁਝ ਹੋਰ ਹੋਣੀ, ਉਹਨੂੰ ਕਿਸੇ ਹੋਰ ਤਰੀਕੇ ਨਾਲ, ਇੱਕ ਨੁਕਤਾ ਨਿਗਾਹ ਬੰਦੇ ਦਾ ਡਿਵੈਲਪ ਹੋ ਜਾਂਦਾ ਹੈ। ਹੁਣ ਹਾਲਤ ਇਹ ਬਣ ਗਈ ਕਿ ਬੱਚਿਆਂ ਨੂੰ ਜੇ ਰਿਐਲਿਟੀ 'ਚੋਂ ਕੋਈ ਚੰਗਾ ਕਰਨ ਤਾਂ ਉਹਨੂੰ ਕਹਿ ਦੀ ਨਾ ਸ਼ਾਬਾਸ਼, ਡੋਂਟ ਡੈਡ ਡੋਂਟ ਬੀ ਸਰਕਾਸਟਿਕ ਵਿਦ ਅਸ, ਯੂ ਨੋ you are, oh no I wasn't sarcastic, I was saying reality, in reality you did really well, no we cannot actually distinguish between your sarcasm and as well as your actually real appreciation। ਸੋ ਆਪਣੇ ਆਪ ਤੇ ਕੰਮ ਕਰਨਾ। ਇੱਥੇ ਬਚਨ ਆਇਆ ਨਾ, ਮੁੱਖ ਸਲਾਹਨ ਮੰਦ, ਜਿਹੜੇ ਮੂੰਹ ਤੋਂ ਕਦੀ ਕੋਈ ਚੀਜ਼ ਚੰਗੀ ਨਿਕਲੀ ਨਾ ਹੋਏ। ਕਈ ਹੈਗੇ ਨੇ ਮੂੰਹ ਇਹੋ ਜਿਹੇ, ਤੁਸੀਂ ਚਾਹ ਵੀ ਲਓ ਤਾਂ ਵੀ ਉਹ ਕਹਿੰਦੇ ਨਹੀਂ, ਉਹਨਾਂ ਦੇ ਮੂੰਹ 'ਚੋਂ ਕੋਈ ਜ਼ਬਾਨ ਤੋਂ ਹੈ ਕੋਈ ਚੰਗਾ ਲਫ਼ਜ਼ ਨਿਕਲ ਜਾਏ, ਕਿਸੇ ਦੀ ਕੋਈ ਮਤਲਬ ਕਿਸੇ ਦੇ ਗੁਣ ਦੀ ਚਰਚਾ ਹੋ ਜਾਏ, ਕਿਸੇ ਦੀ ਖੂਬੀ ਦੀ ਗੱਲ ਕਰਦੇ ਨੇ। ਪਰ ਜੇ ਬੰਦਾ ਮਾਫੀ ਚਾਹਾਂਗਾ ਉਸ ਲੈਵਲ 'ਤੇ ਸਰੋਤ ਨੂੰ ਡਿਵੈਲਪ ਕਰ ਲਵੇ, ਦੈਨ ਸਾਹਿਬ ਜ਼ਿਕਰ ਕਰਦੇ ਅਕਾਲ ਪੁਰਖ ਵਾਹਿਗੁਰੂ ਦੀ ਸਤੁਤੀ ਨੂੰ ਸਰੋਤ ਵਿੱਚ ਕਰਦਿਆਂ ਸੁਣਦਿਆਂ ਹੋਇਆਂ ਜਿਹੜਾ ਮੰਦਾ ਮੁੱਖ ਵੀ ਹੈ ਉਹ ਵੀ ਸਲਾਹੁਣ ਦੇ ਕਾਬਿਲ ਹੋ ਜਾਂਦਾ, ਭਾਵ ਸਲਾਹੁਤਾ ਕਰਦਾ ਹੈਗਾ, ਉਹਦੇ 'ਚ ਸਮਰੱਥਾ ਆ ਜਾਂਦੀ ਹੈ। ਜਿਹਦੀ ਮੈਂ ਬੀਤੇ ਕੱਲ ਮਿਸਾਲ ਦੇ ਰਿਹਾ ਸੀ, ਜੋ ਪਾਈ ਹੈ ਭਾਂਡੇ ਵਿੱਚ ਵਸਤ ਸਾ ਨਿਕਲੈ। ਜੀਵਨ ਸਾਡਾ ਜਿਹੜਾ ਹੈ ਨਾ, ਖਾਸ ਕਰਕੇ ਸਾਡੀ ਜਿਹੜੀ ਪ੍ਰੈਜ਼ੈਂਸ ਹੈਗੀ ਇਸ ਧਰਤੀ ਦੇ ਉੱਤੇ ਇਨ ਫਿਜ਼ੀਕਲ ਮੈਨਰਸ, ਇੱਕ ਸੁਰਾਹੀ ਦੀ ਤਰ੍ਹਾਂ ਹੈਗੀ ਹੈ। ਕੇਤਲੀ ਤਾਂ ਸਾਰਿਆਂ ਨੇ ਵੇਖੀ ਹੈਗੀ ਹੈ। ਕੇਤਲੀ ਦੇ ਵਿੱਚ ਦੋ ਸੁਰਾਖ ਹੁੰਦੇ ਨੇ, ਇੱਕ ਸੁਰਾਖ 'ਚ ਪਾਇਆ ਜਾਂਦਾ, ਦੂਸਰੇ ਸੁਰਾਖ 'ਚੋਂ ਕੱਢਿਆ ਜਾਂਦਾ ਹੈਗਾ। ਸੋ ਐਗਜ਼ੈਕਟਲੀ ਕੁਦਰਤ ਨੇ ਦੋ ਕੰਨ ਦਿੱਤੇ ਨੇ ਸਾਨੂੰ, ਹਰ ਵਕਤ 24 ਆਵਰ ਓਪਨ। ਤੁਹਾਨੂੰ ਕੁਝ ਵੀ ਵੇਖਣ ਵਾਸਤੇ ਤੁਹਾਨੂੰ ਫੋਕਸ ਕਰਨਾ ਪੈਂਦਾ ਹੈ, ਤੁਹਾਨੂੰ ਨਜ਼ਰ ਘੁਮਾਉਣੀ ਪੈਂਦੀ ਸੱਜਿਓਂ ਖੱਬੇ। ਸੁਣਨ ਵਾਸਤੇ ਤੁਹਾਨੂੰ ਕੁਝ ਵੀ ਕਰਨ ਦੀ ਲੋੜ ਨਹੀਂ ਹੈਗੀ, ਤੁਹਾਡੇ ਕੰਨ ਖੁੱਲ੍ਹੇ ਨੇ। ਹਾਂ, ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਉਹ ਕੰਸਨਟ੍ਰੇਸ਼ਨ, ਉਹ ਤੁਹਾਡੇ ਅੰਦਰ ਹੋਣੀ ਚਾਹੀਦੀ, ਫਿਰ ਤੁਸੀਂ ਸੁਣ ਸਕਦੇ ਹੋ ਇਸ ਰੂਪ ਦੇ ਵਿੱਚ। ਤੇ ਦੋ ਨੇ, ਬੋਲਣ ਲਈ ਇੱਕ ਮੂੰਹ ਦਿੱਤਾ ਹੈਗਾ। ਦੋ ਕੰਨਾਂ ਤੋਂ ਬੰਦਾ ਚੰਗਾ ਸੁਣੇਗਾ, ਇੱਕ ਮੂੰਹ ਤੋਂ ਚੰਗਾ ਕਿਉਂ ਨਹੀਂ ਬੋਲੇਗਾ। ਪਰ ਜੇ ਦੋ ਕੰਨਾਂ 'ਚ ਲਗਾਤਾਰ ਮਤਲਬ ਜਿਹੜਾ ਨਾ ਵਾਜਬ ਮਟੀਰੀਅਲ ਹੈਗਾ, ਜਿਹੜਾ ਅਨਐਪਰੋਪਰੀਏਟ ਖਾਸ ਕਰਕੇ ਕੰਟੈਂਟ ਹੈਗਾ ਜਾਂ ਉਸ ਕੰਟੈਕਸਟ ਵਿੱਚ ਕਹੀ ਹੋਈ ਬਾਤ ਆ, ਉਹੀ ਬੰਦਾ ਅੰਦਰ ਪਾਈ ਜਾਏਗਾ ਤੇ ਮੂੰਹ ਕਿੱਥੋਂ ਚੰਗੀ ਬਾਤ ਕਹਿ ਦੇਗਾ। ਸੋ ਇੱਥੇ ਸਾਹਿਬ ਨੇ ਕਿਹਾ, ਜਿਨ੍ਹਾਂ ਨੇ ਸੁਣਿਆਂ ਦੀ ਪ੍ਰਵਿਰਤੀ ਜਾਣਾ ਕੀਤਾ, ਮੁਖ ਸਲਾਹਨ ਮੰਦ, ਸੁਣਿਆ ਜੋਗ ਜੁਗਤ ਤਨ ਭੇਦ। ਅੱਜ ਜਦੋਂ ਯੋਗ ਦੀ ਗੱਲ ਹੁੰਦੀ ਹੈ, ਯੋਗਾ ਵਗੈਰਾ ਦੀ, ਤੇ ਲੋਕ ਇੱਕੋ ਚੀਜ਼ ਨੂੰ ਮੰਨ ਲੈਂਦੇ ਨੇ ਵੀ ਜਿਹੜੀ ਲੋਕੀ ਸਰਕਸ ਕਰਦੇ ਨਾ, ਸਮ ਕਾਈਂਡ ਆਫ ਪੁੱਠੇ ਸਿੱਧੇ ਹੋਣ ਦੀ, ਦੈਟ ਇਜ਼ ਯੋਗਾ, ਦੈਟ ਇਜ਼ ਜਸਟ ਅ ਸਰਕਸ, ਨਥਿੰਗ ਐਲਸ। ਯੋਗ ਦੇ ਮੈਨਰਸ ਬੜੇ ਡੀਪ ਲੈਵਲ 'ਤੇ ਜਾਣੋ। ਯੋਗ ਦਾ ਮਤਲਬ
ਬੰਦਾ ਆਪਣੇ ਆਪ ਨਾਲ ਆਪਣੀ ਐਸੋਸੀਏਸ਼ਨ ਬਣਾਉਂਦਾ, ਦੈਟ ਇਜ਼ ਯੋਗ। ਬੰਦਾ ਇਹ ਸਮਝਣ ਦੇ ਕਾਬਿਲ ਹੁੰਦਾ ਹੈ ਕਿ ਹੂ ਐਮ ਆਈ ਐਂਡ ਵਟ ਐਵਰ ਇਸ਼ੂਜ਼ ਆਈ ਹੈਵ ਫਿਜ਼ੀਕਲੀ, ਮੈਂਟਲੀ, ਐਨੀ ਵੇ, ਵਾਈ ਇਟਸ ਵਿਦ ਮੀ, ਦੈਨ ਯੂ ਆਰ ਯੋਗੀ। ਉਹ ਇਨਲਾਈਟਮੈਂਟ ਦੀ ਅਵਸਥਾ ਹੈ। ਫਿਰ ਜੋਗ ਜੁਗਤ ਤਨ ਭੇਦ, ਤਨ ਦੇ ਭੇਦ ਵੀ ਆ ਜਾਂਦੇ ਨੇ। ਹੁਣ ਤਾਂ ਮੈਨੂੰ ਇਹ ਨਹੀਂ ਪਤਾ ਵੀ ਬੰਦਾ, ਸੌਰੀ ਟੂ ਸੇ, ਮਤਲਬ ਇਹ ਹਾਲਤ ਬਣੀ ਹੁੰਦੀ ਹੈ ਕਿ ਬੰਦਾ ਅੱਜ ਵੀ ਡਾਕਟਰ ਕੋਲ ਗਿਆ ਸੀਗਾ, ਸਵੇਰੇ ਫਿਰ ਡਾਕਟਰ ਕੋਲ ਗਿਆ ਹੈਗਾ, ਕੀ ਹੋਇਆ, ਕੱਲ ਗੈਸ ਹੋ ਗਈ ਸੀ ਤੇ ਅੱਜ ਕੀ ਹੋਇਆ, ਅੱਜ ਪਤਾ ਨਹੀਂ ਕਿਉਂ ਅੱਜ ਜਿਹੜਾ ਹੈਗਾ ਆ ਅੰਦਰ ਜਲਨ ਹੋ ਰਹੀ ਹੈ। ਇਸ ਕਿਸਮ ਦੇ ਨਾਲ ਮਤਲਬ ਆਪਣੇ ਤਨ ਦਾ ਹੀ ਭੇਦ ਨਹੀਂ ਬੰਦੇ ਨੂੰ, ਹੋਰ ਤੇ ਬਾਹਰ ਕੀ ਹੋਏਗਾ। ਹਾਂ, ਕੁਝ ਚੀਜ਼ਾਂ ਅਸੀਂ ਰਾਈਟ ਵੀ ਅੰਡਰਸਟੈਂਡ ਨਹੀਂ ਕਰ ਪਾਉਂਦੇ, ਪਰ ਸੱਚ ਇਹ ਹੈ ਖਾਣ ਪਾਣ ਰਹਿਣ ਸਹਿਣ ਸਾਡੇ ਕੰਟਰੋਲ ਵਿੱਚ ਆ। ਬੰਦਾ ਅਹਿਸਾਸ ਕਰੇ ਬੀਤੇ ਕੱਲ ਨੀਂਦ ਕਿਵੇਂ ਆਈ ਸੀਗੀ, ਠੀਕ ਨਹੀਂ ਸੀ ਆਈ, ਅੱਜ ਸਿਰ ਦੁਖ ਰਿਹਾ, ਹਾਂ ਉਹਦੇ ਨਾਲ ਇਹਦਾ ਰਿਲੇਸ਼ਨ ਬਣਦਾ ਹੈਗਾ। ਸੋ ਮੈਨੂੰ ਚੰਗੀ ਸਲੀਪ ਵਾਸਤੇ ਉਹੋ ਜਿਹਾ ਮਾਹੌਲ ਚਾਹੀਦਾ ਹੈਗਾ। ਮੇਰੇ 'ਚ ਅੱਜ ਐਨਰਜੀ ਦਾ ਲੈਵਲ ਘੱਟ ਹੈ, ਕਿਉਂ? ਕਿਉਂਕਿ ਪਿਛਲੇ ਸਾਰੇ ਹਫਤੇ ਦੇ ਵਿੱਚ ਬੜਾ ਟਾਇਰਿੰਗ ਕੰਮ ਸੀਗਾ, ਬੜਾ ਖੁਰਾਕ ਚੰਗੀ ਨਹੀਂ ਸੀ। ਮਤਲਬ ਕੋਰਿਲੇਟ ਕਰੋ ਨਾ ਚੀਜ਼ਾਂ ਨੂੰ, ਇਹੀ ਇਨਲਾਈਟਮੈਂਟ ਹੈ, ਰੌਸ਼ਨ ਦਿਮਾਗ ਹੋ ਜਾਣਾ। ਜਦੋਂ ਬੰਦਾ ਐਵੇਂ ਅਜਾਈ ਬਿਨਾਂ ਵਜ੍ਹਾ ਹੀ ਮਤਲਬ ਸੋਚੀ ਜਾਂਦਾ, ਤੇ ਈਵਨ ਤੁਸੀਂ ਹੋਰ ਡੀਪ ਲੈਵਲ ਤੇ ਦੇਖੋ, ਸੁਪਰਸਟੀਸ਼ੀਅਸ ਜਿਹੜਾ ਪ੍ਰੈਕਟਿਸਿਸ ਹੈਗੀਆਂ ਨੇ, ਐਕਸਰਸਾਈਜ਼ ਸਾਡੇ ਆਲੇ ਦੁਆਲੇ ਕਿੱਥੋਂ ਆ ਰਹੀ ਹੈ? ਲੋਕੀ ਬਿਨਾਂ ਵਜ੍ਹਾ ਚੀਜ਼ਾਂ ਨੂੰ ਇਸ ਤਰੀਕੇ ਨਾਲ ਜਿਹੜਾ ਹੈਗਾ ਮੈਨੂਪੂਲੇਟ ਕਰ ਰਹੇ ਹੈਗੇ ਨੇ, ਆਪਣੇ ਆਪ ਨੂੰ ਚੀਟ ਕਰ ਰਹੇ ਨੇ। ਮੈਨੂੰ ਲੱਗਦਾ ਮੈਨੂੰ ਕਿਸੇ ਨੇ ਕੁਝ ਖਵਾ ਦਿੱਤਾ ਹੈ, ਫਲਾਣੇ ਮੇਰੇ ਬੱਚੇ ਨੂੰ ਨਾ ਕਿਸੇ ਨੇ ਕੋਈ ਧੂੜ ਦਿੱਤਾ ਹੈਗਾ, ਆਹ ਚੀਜ਼ਾਂ, ਮਤਲਬ ਅਜੀਬ ਹਾਲਤ ਆ। ਲੇਮ ਐਕਸਕਿਊਜ਼ ਐਂਡ ਲੇਮ ਕਿਸਮ ਦੀ ਬੰਦਾ ਜਿਹੜਾ ਹੈਗਾ, ਕਿਸੇ ਕਿਸਮ ਦੀ ਜਿਹਨੂੰ ਕਿਹਾ ਜਾਏ ਕਿ ਇੱਕ ਜਿਹੜੀ ਹੈਗੀ ਐਕਸਪਲੇਨੇਸ਼ਨ ਦੇ ਰਿਹਾ ਚੀਜ਼ਾਂ ਦੇ। ਜੋਗ ਜੁਗਤ ਤਨ ਭੇਦ, ਬੰਦਾ ਜਦੋਂ ਸਹੀ ਰੂਪ ਵਿੱਚ ਸੁਰਤਿਆਬ ਹੋ ਜਾਂਦਾ ਹੈ, ਸਰੋਤ ਚੰਗੀ ਹੋ ਜਾਂਦੀ, ਉਹਨੂੰ ਭੇਦ ਪਤਾ ਲੱਗ ਜਾਂਦੇ ਨੇ। ਉਹਨੂੰ ਜਿਹੜੀਆਂ ਭੇਦ ਦਾ ਮਤਲਬ ਹੀ ਹੁੰਦਾ ਹੈ ਕਿ ਜਿਹੜੇ ਕਿਸੇ ਚੀਜ਼ ਬਾਰੇ ਜਿਹੜੀਆਂ ਖਾਸ ਕਰਕੇ ਉਹਦੀਆਂ ਇਨਡੀਡ ਜਾਂ ਡੀਪ ਲੈਵਲ ਤੇ ਜਿਹੜੇ ਕੁਝ ਮੀਨਿੰਗਸ ਨੇ, ਆ ਜਿਹੜੀਆਂ ਚੀਜ਼ਾਂ ਲੁਕੀਆਂ ਹੋਈਆਂ ਨੇ, ਉਹ ਉਹਨੂੰ ਸਮਝ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਉਹਨੂੰ ਉਹਦੇ ਵਿਚਲੇ ਗੁਰਾਂ ਦਾ ਪਤਾ ਲੱਗ ਜਾਂਦਾ ਹੈਗਾ। ਉਹਦੀ ਬਾਤ ਕੀਤੀ। ਸੁਣਿਆ ਸਾਸਤ ਸਿਮ੍ਰਿਤ ਵੇਦ, ਫਿਲਾਸਫੀ ਹੈ ਸਾਰੇ ਦੀ ਸਾਰੀ, ਸ਼ਾਸਤਰਾਂ ਦੀ, ਸਮ੍ਰਿਤੀਆਂ ਦੀ, ਵੇਦਾਂ ਦੀ ਗੱਲ ਕੀਤੀ ਜਾ ਰਹੀ ਹੈ। ਤੇ ਇਹਦੇ ਬਾਬਤ ਸ਼ਾਇਦ ਆਪ ਤੇ ਦੇ ਬਾਰੇ ਅਵੇਅਰ ਹੋਵੋ ਕਿ ਨਾ ਹੋਵੋ, ਅਜੇ ਵੀ ਉਹ ਸਕੂਲ ਚੱਲਦੇ ਨੇ ਉੱਥੇ ਬਨਾਰਸ ਸ਼ਹਿਰ ਵਿੱਚ। ਤੁਸੀਂ ਸੰਸਕ੍ਰਿਤ ਪੜ੍ਹਨੀ ਹੋਈ, ਯੂਨੀਵਰਸਿਟੀ ਪੜ੍ਹਾ ਦਿੰਦੀ ਹੈ, ਜਰਮਨ ਵਿੱਚ ਵੀ ਪੜ੍ਹਾਈ ਜਾਂਦੀ ਹੈ, ਇੱਥੇ UFT ਪੜ੍ਹਾਉਂਦੀ ਹੈ। ਪਰ ਜੇ ਤੁਸੀਂ ਵਾਕਿਆ 'ਚ ਹੀ ਜਿਹੜੀਆਂ ਐਂਸ਼ੀਅੰਟ ਟਾਈਮ ਦੇ ਲਿਖੇ ਹੋਏ ਸਾਰੇ ਦੇ ਸਾਰੇ ਦੇਵ ਸੂਤਰ ਨੇ, ਤੇ ਉਸ ਕਿਸਮ ਦੀਆਂ ਜਿਹੜੀਆਂ ਸਾਰੇ ਦੀਆਂ ਸਾਰੀਆਂ ਸ਼ਰੂਤੀਆਂ ਤੋਂ ਸਭ ਅੰਡਰਸਟੈਂਡ ਕਰਨੀਆਂ ਨੇ, ਪੜ੍ਹਨੀਆਂ ਨੇ, ਤੇ ਉਹ ਫਿਰ ਕਹਿੰਦੇ ਨੇ ਅੱਛਾ ਤੂੰ ਫਿਰ ਸਾਡੇ ਕੋਲੋਂ ਕੁਝ ਲਰਨ ਕਰਨਾ ਚਾਹੁੰਦਾ ਹੈ, ਹਾਂ ਠੀਕ ਹੈ, ਫਿਰ ਤੈਨੂੰ ਸਾਡਾ ਚੋਗਾ ਪਾਉਣਾ ਪੈਣਾ ਹੈਗਾ। ਤੇ ਅਜੇ ਵੀ ਹੈਗਾ ਉਹਨਾਂ ਦਾ ਇੱਕ ਸੈਕਟ ਉੱਥੇ। ਉਹ ਫਿਰ ਕੀ ਕਰਦੇ ਨੇ ਕਿ ਉਹ ਬੰਦੇ ਨੂੰ ਜਿਹੜਾ ਹੈਗਾ ਉਹਦਾ ਬਕਾਇਦਾ ਮੁੰਡਨ ਕਰਦੇ ਨੇ, ਉਹਨੂੰ ਬਕਾਇਦਾ ਉਹ ਆਪਣਾ ਭਗਵਾ ਚੋਲਾ ਪਾਉਂਦੇ ਨੇ, ਹੱਥ 'ਚ ਉਹਦੇ ਕਾਸਾ ਫੜਾਉਂਦੇ, ਭਿੱਖਿਆ ਮੰਗਣ ਲਈ ਭੇਜਦੇ ਨੇ, ਚੱਲ ਭਿੱਖਿਆ ਮੰਗ, ਫਿਰ ਤੈਨੂੰ ਇਹ ਸਭ ਅਸੀਂ ਗਿਆਨ ਦੇਵਾਂਗੇ ਇਸ ਰੂਪ ਦੇ ਵਿੱਚ। ਇਸ ਕਿਸਮ ਦੀ ਜਿਹੜੀ ਹੈ ਉਹ ਬਾਤ ਕੀਤੀ ਜਾਂਦੀ ਹੈ। ਮੌਲਿਕ ਰੂਪ ਵਿੱਚ ਗੱਲ ਕੀ ਕਿ ਉਹਨਾਂ ਦੀ ਮਨੋਪਲੀ, ਕੋਈ ਉਹਨੂੰ ਚੈਲੰਜ ਨਹੀਂ ਕਰ ਸਕਦਾ। ਪਰ ਗੁਰੂ ਸਾਹਿਬ ਨੇ ਕਿਹਾ ਸੁਣਿਆ ਸਾਸਤ ਸਿਮਰਤ ਵੇਦ। ਜੇ ਤੁਹਾਡੇ ਅੰਦਰ ਕਰਤਾਰ ਦੇ ਰੰਗ ਵਿੱਚ ਰੰਗੇ ਹੋਏ ਇਸ ਜੀਵਨ ਦੇ ਵਿੱਚ ਸਰੋਤ ਐਬਿਲਿਟੀ ਪ੍ਰੋਪਰ ਆ ਗਈ, ਤੇ ਤੁਸੀਂ ਚੀਜ਼ਾਂ ਨੂੰ ਸਹੀ ਲੈਵਲ ਤੇ ਪ੍ਰੋਸੈਸ ਕਰਨ ਲੱਗ ਗਏ, ਤੁਹਾਨੂੰ ਫਿਰ ਇਹਨਾਂ ਸਭ ਸ਼ਾਸਤਰਾਂ ਸ਼ੁਸਤਰਾਂ ਦੇ ਮਗਰ ਭੱਜਣ ਦੀ ਲੋੜ ਨਹੀਂ। ਜੋ ਗਿਆਨ ਇਹਨਾਂ 'ਚ ਕਿਸੇ ਲੈਵਲ ਦਾ ਮੌਜੂਦ ਹੈ, ਤੁਹਾਨੂੰ ਖੁਦ ਆ ਜਾਏਗਾ। ਤੁਸੀਂ ਦੇਖੋ ਭਗਤ ਕਬੀਰ ਜੀ ਨੇ ਕਿਹੜੇ ਸ਼ਾਸਤਰ ਪੜ੍ਹੇ ਸੀਗੇ, ਭਗਤ ਰਵਿਦਾਸ ਜੀ ਨੂੰ ਕਿਹੜੀਆਂ ਸਮ੍ਰਿਤੀਆਂ ਪੜ੍ਹਨ ਦਿੱਤੀਆਂ ਕਿਸੇ ਨੇ, ਪਰ ਜੋ ਉਹਨਾਂ ਨੇ ਲਿਖਿਆ, ਜੋ ਉਹਨਾਂ ਦਾ ਬਚਨ ਹੈ, ਤੁਸੀਂ ਰੰਗ ਦੇਖੋ ਕਿਸੇ ਲੈਵਲ ਤੇ। ਅੱਜ ਅਸੀਂ 21ਵੀਂ ਸਦੀ ਦੇ ਦੂਸਰੇ ਦਹਾਕੇ ਦਾ ਜਿਹੜਾ ਹੈਗਾ ਲਾਸਟ ਕੁਆਟਰ 'ਚ ਜਿਹੜਾ ਹੈਗਾ ਐਂਟਰ ਕਰ ਚੁੱਕੇ ਹੈਗੇ ਆ, ਪਰ ਜੋ ਬਚਨ ਉਹਨਾਂ ਨੇ ਕਹੇ ਨੇ, ਅਸੀਂ ਮੈਂ ਕਈ ਵਾਰੀ ਸ਼ਬਦ ਪੜ੍ਹਦਾ ਹੁੰਦਾ, ਬੇਗਮ ਪੂਰਾ ਸ਼ਹਿਰ ਕੋ ਨਾਓ, ਦੁੱਖ ਅੰਦੋ ਨਹੀਂ ਤੇ ਠਾਉ, ਨਾ ਤਜਵੀਜ਼ ਖਿਰਾਜ਼ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜੁਆਲ। ਜਿਸ ਆਈਡੀਅਲ ਵਰਲਡ ਨੂੰ ਲੋਕ ਲੱਭ ਰਹੇ ਨੇ, ਉਹਨਾਂ ਐ ਬਿਲਕੁਲ ਪੋਰਟਰੇਟ ਕਰਕੇ ਰੱਖ ਦਿੱਤਾ, ਬਿਲਕੁਲ ਪਿਕਚਰਾਈਜ਼ ਕਰਕੇ ਰੱਖਤਾ ਸਾਹਮਣੇ। ਸੋ ਬੜਾ ਮਤਲਬ ਉਹ ਜਿਹੜੀਆਂ ਗ੍ਰੇਟੈਸਟ ਪਰਸਨੈਲਿਟੀ ਜਾਂ ਗ੍ਰੇਟੈਸਟ ਹਸਤੀਆਂ ਹੋਈਆਂ ਨੇ, ਉਹਨਾਂ ਨੇ ਆਪਣੇ ਜਿਹੜੇ ਕੈਲੀਬਰ ਦੇ ਥ੍ਰੈਸ਼ਹੋਲਡ ਨੂੰ ਟੱਚ ਕੀਤਾ ਵਿਦਾਊਟ ਹੈਵਿੰਗ ਐਨੀ ਐਕਚੁਅਲੀ ਯੂ ਕੈਨ ਸੇ ਥੀਸ ਕਾਈਂਡ ਆਫ ਫੈਸਿਲਿਟੀਜ਼ ਦੈਟ ਟਾਈਮ। They were not actually allowed to study these ancient times ਜਿਹੜੇ ਗ੍ਰੰਥ ਵਗੈਰਾ ਸੀਗੇ, ਰਚਨਾਵਾਂ ਸੀਗੀਆਂ ਸਾਰੇ ਦੀਆਂ ਸਾਰੀਆਂ। ਪਰ ਹਾਂ ਸੁਣਿਆ ਸਾਸਤ ਸਿਮਰਤ ਵੇਦ,
ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ। ਇਹਦੀ ਵਿਆਖਿਆ ਦੂਸਰੀ ਪੌੜੀ ਦੇ ਅਖੀਰ 'ਚ ਫਿਰ ਬਚਨ ਆਉਂਦੇ ਨੇ, ਉਹਦੇ 'ਚ ਕਰਦੇ ਹਾਂ। ਅਗਲੀ ਪੌੜੀ ਨਾਲ ਲੈ ਲਈਏ। ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਸਤ ਸੰਤੋਖ ਗਿਆਨ। ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਾਂ ਇੱਕ ਸ਼ਬਦ ਵਰਡ ਜਿਹੜਾ ਹੈਗਾ ਉਹ ਕੌਨਟੈਕਸਟ ਦੇ ਅਕੋਰਡਿੰਗਲੀ ਜਿਵੇਂ ਜਿਵੇਂ ਆਉਂਦਾ ਹੈਗਾ ਉਹਦੀ ਟਰਾਂਸਲੇਸ਼ਨ ਡਿਫਰੈਂਟ ਹੋ ਜਾਂਦੀ ਹੈ। ਜਿਵੇਂ ਸੁਣਿਆ ਸਤ ਬਚਨ ਹੈ, ਸਤ ਦੇ ਅਰਥ ਬਾਣੀ ਦੇ ਵਿੱਚ ਨਿਊਮਰਲ ਨੰਬਰ 7 ਦੇ ਵਿੱਚ ਵੀ ਆਉਣਗੇ, 7 ਜਿਹਨੂੰ ਕਹਿੰਦੇ ਹਾਂ ਅਸੀਂ। ਸਤ ਦੇ ਬਚਨ ਦਾਨੀਆਂ ਦੇ ਰੂਪ ਵਿੱਚ ਵੀ ਆਉਣਗੇ, ਜਿਵੇਂ ਇੱਥੇ ਬਚਨ ਆ ਰਿਹਾ ਹੈਗਾ। ਸਤ ਦਾ ਮਤਲਬ ਜੀਵਨ ਦੀ ਸੱਤਿਆ, ਜਿਹਨੂੰ ਅਸੀਂ ਜਤ ਸਤ ਕਹਿੰਦੇ ਹਾਂ, ਉਸ ਰੂਪ ਵਿੱਚ ਵੀ ਆਉਣਗੇ ਵੀ ਸਤੀ ਹੋਣਾ। ਬੰਦਾ ਕਰੈਕਟਰ ਦਾ ਬੜਾ ਜਿਹੜਾ ਹੈਗਾ ਉਹ ਬਲੀ ਹੈਗਾ, ਉਹਦੇ 'ਚ ਜਿਹੜਾ ਹੈਗਾ ਬੜਾ ਉਸ ਪੱਖ ਤੋਂ ਬੜਾ ਮੈਚਿਓਰ ਅਤੇ ਪਿਓਰ ਹੈਗਾ, ਉਹਦੀ ਬਾਤ ਵੀ ਕੀਤੀ ਜਾਂਦੀ ਹੈ। ਪਰ ਇਹ ਕੌਨਟੈਕਸਟ ਦੇ ਅਕੋਰਡਿੰਗਲੀ ਸਾਨੂੰ ਜਿਹੜਾ ਹੈਗਾ ਉਹਦੀ ਟਰਾਂਸਲੇਸ਼ਨ ਕਰਨੀ ਪਏਗੀ। ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਸਤੀਆਂ ਮਨ ਸੰਤੋਖ ਉਪਜੈ ਦੇਨੈ ਕਹਿ ਵਿਚਾਰ, ਉੱਥੇ ਸੱਤ ਸਤੀਆਂ ਜਿਹੜਾ ਬਚਨ ਆਇਆ ਹੈਗਾ, ਉੱਥੇ ਜਿਹੜਾ ਹੈਗਾ ਜਿਹੜੇ ਲੋਕ ਹੱਥੋਂ ਕੁਝ ਦਿੰਦੇ ਨੇ, ਦਾਨ ਕਰਦੇ ਨੇ, ਉਹਨਾਂ ਦੀ ਗੱਲ ਆ ਰਹੀ ਹੈ। ਤੇ ਜਿਹੜਾ ਮੈਂ ਪਹਿਲਾ ਬਚਨ ਕਹਿ ਰਿਹਾ, ਸੱਤੀ ਪਹਿਰੀ ਸੱਤ ਭਲਾ ਬਹੀਐ ਪੜ੍ਹਿਆ ਪਾਸ, ਉੱਥੇ 7 ਪੈਰਾਂ ਦੀ ਗੱਲ ਆ ਰਹੀ, ਗਿਣਤੀ ਦੇ ਰੂਪ ਵਿੱਚ, ਨੰਬਰ ਦੇ ਰੂਪ ਵਿੱਚ 7 ਪੈਰਾਂ ਦੀ ਗੱਲ ਆ ਗਈ। ਉਸ ਤਰੀਕੇ ਦੇ ਨਾਲ ਮਤਲਬ ਉਹਦਾ ਜ਼ਿਕਰ ਆ ਰਿਹਾ ਹੈਗਾ ਇੱਥੇ। ਜਾਂ ਅਸੀਂ ਬਚਨ ਪੜ੍ਹਦੇ ਹੈਗੇ ਹਾਂ ਕਿ ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਬਹਾਲੈ ਪਾਸ, ਉਹ ਸ਼ਬਦ ਜਿਵੇਂ ਪੜ੍ਹਿਆ ਜਾਂਦਾ ਹੈਗਾ ਵੀ ਜੇ ਅਰਦਾਸ ਕਰਨੀ ਹੈ ਨਾ, ਦੇਖੋ ਇੱਕ ਬਾਈ ਚਾਂਸ ਬਾਤ ਆ ਰਹੀ ਹੈ ਇੱਥੇ, ਸੁਣਿਆ ਸਤ ਸੰਤੋਖ ਗਿਆਨ। ਹੁਣ ਇਹ ਹੈਗਾ ਕਿ ਬੰਦਾ ਮੋਸਟਲੀ ਅਰਦਾਸ ਪ੍ਰੇਅਰਸ ਜਿਹੜੀਆਂ ਨੇ ਉਹ ਮੰਗਣ ਵਾਸਤੇ ਕਰਦਾ ਹੈ, ਵੀ ਰੱਬ ਜੀ ਮੈਨੂੰ ਆਹ ਦੇ ਦੇ, ਆਹ ਦੇ ਦੇ, ਆਹ ਦੇ ਦੇ। ਤੇ ਗੁਰੂ ਸਾਹਿਬ ਦੀ ਬਾਣੀ ਕਹਿੰਦੀ ਹੈ ਵੀ ਸਤ ਸੰਤੋਖ ਕਰੇ ਅਰਦਾਸ। ਜੇ ਬੰਦਾ ਸੰਤੋਖੀ ਹੋ ਕੇ, ਮਤਲਬ ਅੰਦਰ ਤੋਂ ਭਰਿਆ ਹੋਇਆ ਹੋ ਕੇ ਅਰਦਾਸ ਕਰੇਗਾ, ਤਾਂ ਹੀ ਕਰਤਾਰ ਨੂੰ ਕੋਲ ਬਿਠਾਏਗਾ। ਮੰਗਤੇ ਨੂੰ ਤਾਂ ਕੋਈ ਵੈਸੇ ਹੀ ਪਸੰਦ ਨਹੀਂ ਕਰਦਾ। ਆਪ ਅੰਦਾਜ਼ਾ ਲਾਓ, ਕਿਤੇ ਆਪ ਜਾ ਰਹੇ ਹੋਵੋ ਕਿਸੇ ਜਗ੍ਹਾ ਦੇ ਉੱਤੇ ਜਾਂ ਕਿਤੇ ਹੋਵੋ, ਤੇ ਤੁਹਾਡੇ ਆਲੇ ਦੁਆਲੇ ਮੰਗਣ ਵਾਲਾ ਤੁਹਾਨੂੰ ਕੋਈ ਆ ਕੇ ਤੰਗ ਕਰੇ, ਤੁਸੀਂ ਹੋ ਸਕਦਾ ਉਹਦੀ ਮਤਲਬ ਬੌਦਰੇਸ਼ਨ ਤੋਂ, ਉਹਦੇ ਇਰੀਟੇਟ ਕਰਨ ਤੋਂ ਬਚਣ ਲਈ ਕੁਝ ਨੂੰ ਦੋ ਦਮੜੇ ਛੁਟਕ ਦਿਓ ਉਸ ਰੂਪ ਦੇ ਵਿੱਚ, ਪਰ ਤੁਸੀਂ ਲਾਈਕ ਨਹੀਂ ਕਰੋਗੇ। ਤੁਹਾਨੂੰ ਲੱਗੇਗਾ ਵੀ ਇਹ ਬਿਨਾਂ ਵਜ੍ਹਾ ਮੇਰੀ ਜਿਹੜੀ ਹੈ ਨਾ ਐਡਵਾਂਟੇਜ ਲੈ ਰਿਹਾ ਇੱਥੇ, ਇਹ ਬਿਨਾਂ ਵਜ੍ਹਾ ਮੈਨੂੰ ਬੌਦਰ ਕਰ ਰਿਹਾ ਹੈਗਾ। ਜਿਨ੍ਹਾਂ ਨੇ ਕੋਲ ਬਹਿਣਾ ਹੋਏ, ਕਿਸੇ ਨਾਲ ਰਿਸ਼ਤਾ ਬਣਾਉਣਾ ਹੋਏ ਨਾ, ਉਹ ਫਿਰ ਮੰਗਣ ਦੇ ਰਿਸ਼ਤੇ ਨਹੀਂ ਸਥਾਪਿਤ ਕਰਦੇ। ਮੰਗਣ ਵਾਲੇ ਰਿਸ਼ਤੇ ਕਦੀ ਵੀ ਨਹੀਂ ਚੱਲਦੇ ਹੈਗੇ। ਬੱਚਾ ਹੀ ਹੈ, ਬੱਚਾ ਤੁਹਾਡਾ ਉਦੋਂ ਹੀ ਤੁਹਾਨੂੰ ਆ ਕੇ ਕਹੇ ਲਵ ਯੂ ਡੈਡ, ਆਈ ਲਵ ਯੂ ਮੋਮ, ਮੋਮ ਆਈ ਰੀਅਲੀ ਲਾਈਕ ਯੂ ਮੋਮ, ਯੂ ਆਰ ਐਕਚੁਅਲੀ ਸੋ ਗੁੱਡ, ਸੋ ਕੂਲ ਡੈਡ, ਯੂ ਨੋ ਯੂ ਲੁੱਕ ਸੋ ਹੈਂਡਸਮ ਟੂਡੇ। ਤੁਸੀਂ ਅੰਦਾਜ਼ਾ ਲਾ ਲੈਂਦੇ ਹੋ ਵੀ ਇਹ ਮੰਗਣ ਵਾਸਤੇ ਆਇਆ ਕੁਛ, ਮਤਲਬ ਵੀ ਇਹਦਾ ਲਾਲਚ ਆ, ਸਵਾਰਥ ਹੈ। ਤੇ ਜੇ ਹਰ ਵਕਤ ਐਵੇਂ ਕਰੇਗਾ, ਐਵੇਂ ਉਸ ਤੁਹਾਡੇ ਨਾਲ ਜਿਹੜਾ ਹੈਗਾ ਸਾਂਝ ਬਣਾਉਣ ਦਾ ਯਤਨ ਕਰੇਗਾ, ਰਿਸ਼ਤਾ ਨਹੀਂ ਬਣੇਗਾ। ਰਿਸ਼ਤਾ ਸੰਤੋਖ ਵਿੱਚੋਂ ਪੈਦਾ ਹੁੰਦਾ ਹੈਗਾ। ਰਿਸ਼ਤਾ ਕਿਸੇ ਇੱਕ ਐਸੇ ਭਾਵ ਵਿੱਚੋਂ ਪੈਦਾ ਹੁੰਦਾ ਜਿਹਦੇ 'ਚ ਬਸ ਕਿਸੇ ਨੂੰ ਐਜ਼ ਇਟ ਇਜ਼ ਅਪਣਾਇਆ ਜਾਂਦਾ, ਤੇ ਉਹਦੇ ਨਾਲ ਸਿਰਫ ਸਾਂਝ ਬਣਾਈ ਜਾਂਦੀ ਹੈਗੀ। ਸੋ ਇਹ ਜਿਹੜਾ ਰੰਗ ਆ, ਇਹ ਬੰਦਾ ਜਦੋਂ ਸਹੀ ਲੈਵਲ 'ਤੇ ਆਪਣੇ ਅੰਦਰ ਉਸ ਸਰੋਤ ਨੂੰ ਪੈਦਾ ਕਰਦਾ ਹੈਗਾ, ਤੇ ਇਹੋ ਜਿਹੇ ਗਿਆਨ ਨੂੰ ਅੰਦਰ ਟਿਕਾਉਂਦਾ ਹੈ, ਫਿਰ ਉਹਦਾ ਜਿਹੜਾ ਵਿਹਾਰ ਬਾਹਰ ਨਿਕਲ ਕੇ ਆਉਂਦਾ। ਤੁਸੀਂ ਗ੍ਰੰਥ ਸਾਹਿਬ ਨੂੰ ਹੀ ਪੜ੍ਹੋ। ਗ੍ਰੰਥ ਸਾਹਿਬ ਗੁਰੂ ਅਰਜਨ ਸਾਹਿਬ ਨੇ ਲਿਖਿਆ, ਤੇ ਲਿਖਣ ਤੋਂ ਬਾਅਦ ਅਖੀਰ ਗੁਰੂ ਅਰਜਨ ਸਾਹਿਬ ਨੇ ਇਹਦੀ ਜਿਹੜੀ ਖਾਸ ਕਰਕੇ ਇੰਪੋਰਟੈਂਸ ਹੈਗੀ, ਐਂਡ ਐਜ਼ ਵੈਲ ਐਜ਼ ਹਾਊ ਕੈਨ ਵੀ ਗੈਟ ਸਮਥਿੰਗ ਫਰੋਮ ਦਿਸ ਗ੍ਰੰਥ ਸਾਹਿਬ। ਗੁਰੂ ਸਾਹਿਬ ਹੈਜ਼ ਗਿਵਨ real method in writings when we read ਮੁੰਦਹਾਵਨੀ। ਜਿਸ ਸਾਹਿਬ ਨੇ ਕਿਹਾ ਮੁੰਦਹਾਵਨੀ, ਉਸ ਜ਼ਿਕਰ ਕੀਤਾ ਥਾਲ ਵਿੱਚ 3 ਵਸਤੂ ਪਈਓ। ਇਹਦੇ 'ਚ ਬੜਾ ਵੱਡਾ ਜ਼ਖੀਰਾ ਆ, ਪਰ ਮੇਨ ਰੂਪ ਦੇ 'ਚ 3 ਚੀਜ਼ਾਂ ਰੱਖੀਆਂ ਨੇ ਮੈਂ। ਇਹਨਾਂ ਤਿੰਨਾਂ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ ਹੈਗਾ। ਸਾਹਿਬ ਮਹਾਰਾਜ ਕੀ ਬਖਸ਼ਿਸ਼ ਕੀਤੀ ਤੁਸੀਂ। ਸਾਹਿਬ ਜ਼ਿਕਰ ਕਰਦੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਇਹਦੇ 'ਚ ਸਤ ਰੱਖਿਆ ਹੈ। ਇਹ ਸਤ ਦਾ ਮਤਲਬ ਜਿਹੜਾ ਬਣਦਾ ਹੈਗਾ, ਇਹ ਸਤ ਦਾ ਮਤਲਬ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਵੱਡਾ ਸੱਚ ਹੈ, ਆਲਮਾਈਟੀ, ਅਲਟੀਮੇਟ ਰਿਐਲਿਟੀ, ਉਹ ਪਿਆ ਹੈ ਇਹਦੇ ਵਿੱਚ। ਇਹਦੇ 'ਚ ਰੱਬ ਜੀ ਦੀ ਹੋਂਦ ਦਾ ਜ਼ਿਕਰ ਹੈ ਸਾਰੇ ਦਾ ਸਾਰਾ। ਜਦੋਂ ਤੂੰ ਇਸ ਖਜ਼ਾਨੇ ਨਾਲ, ਜ਼ਖੀਰੇ ਨਾਲ ਜੁੜੇਗਾ, ਤੈਨੂੰ ਉਸ ਸੱਤ ਦੀ ਸਮਝ ਲੱਗੇਗੀ ਜਿਹੜਾ ਤੈਨੂੰ ਸਚਿਆਰ ਬਣਾਏਗਾ, ਜਿਹੜਾ ਆਦ ਸੱਚ ਜੁਗਾਦ ਸੱਚ ਹੈ, ਉਸ ਰੂਪ ਵਿੱਚ। ਇਸ ਤੋਂ ਬਾਅਦ ਜਿਹੜੀ ਸੈਕਿੰਡ ਚੀਜ਼ ਹੈ, ਕਿਉਂਕਿ ਤੂੰ
ਬੰਦੇ ਸਿਮਰਨ ਵਿੱਚ ਜਾਣਾ ਹੈਗਾ। ਦੇਖੋ ਸਿਮਰਨ ਇੱਕ ਤੇ ਕੂੜ ਦਾ ਨਹੀਂ ਹੋ ਸਕਦਾ, ਝੂਠ ਦਾ। ਝੂਠ ਦਾ ਸਿਮਰਨ ਕੀ ਕਰੋਗੇ? ਸਿਮਰਨ ਤੇ ਰਹਿਣ ਵਾਲੇ ਦਾ ਹੋਣਾ ਚਾਹੀਦਾ, ਸੱਚ ਦਾ ਜਪੋ ਤੇ ਸਦੀਵ ਕਾਲੀ ਰਹਿਣ ਵਾਲੇ ਨੂੰ ਜਪੋ। ਫਿਰ ਦੂਸਰਾ ਇਹ ਹੈ ਜਪਣ ਦੇ ਨਾਲ ਨਾਲ ਬੰਦੇ ਦੇ ਅਹਿਸਾਸ ਦੇ ਵਿੱਚ ਸੇਵਾ ਦਾ ਭਾਵ, ਆਲੇ ਦੁਆਲੇ ਮਾਨਵਤਾ ਦਾ ਕਲਿਆਣ ਕਰਨਾ, ਉਹਦੇ ਬਾਬਤ ਜਿਹੜਾ ਐਫਰਟ ਪਾਉਣੀ, ਉਹਦੀ ਗੱਲ ਆਉਂਦੀ ਹੈ। ਜਦੋਂ ਉਸ ਲੈਵਲ ਤੇ ਬਾਤ ਹੁੰਦੀ ਫਿਰ ਬੰਦੇ ਨੂੰ ਆਪਣੇ ਕੋਲ ਇੱਕ ਹੋਰ ਗੁਣ ਚਾਹੀਦਾ ਜਿਹੜਾ ਹਿਊਮੈਨਿਟੀ ਦਾ ਸਿਵਿਕ ਵਰਚੂ ਹੈ, ਜਿਹਨੂੰ ਕਿਹਾ ਜਾਂਦਾ ਹੈ ਸੰਤੋਖ। ਬੰਦਾ ਜਿਹੜੀ ਸੈਲਫ ਸੈਟਿਸਫੈਕਸ਼ਨ ਹੈਗੀ ਏ, ਬੰਦਾ ਉਹਨੂੰ ਅਟੇਨ ਕਰੇ, ਅਰਨ ਕਰੇ ਕਿਤੇ। ਜਿਹੜਾ ਬੰਦਾ ਅਜੇ ਸਪੋਜ਼ ਇਹਨੂੰ ਸਰਲ ਕਰੀਏ, ਜੇ ਮੈਂ ਅਜੇ ਆਪਣੀ ਹੀ ਭੁੱਖ ਤੋਂ ਨਹੀਂ ਰੱਜਿਆ, ਮੈਨੂੰ ਅਜੇ ਆਪਣੀ ਹਰ ਵਕਤ ਇੱਕ ਲੌ ਲੱਗੀ ਹੈ, ਭੁੱਖ ਲੱਗੀ ਹੈ, ਮੈਨੂੰ ਕਿਸੇ ਭੁੱਖੇ ਦਾ ਦਰਦ ਨਹੀਂ ਦਿਸੇਗਾ। ਇਹ ਚੀਜ਼ ਚੇਤੇ ਰੱਖੀਏ। ਜਿਹੜਾ ਬੰਦਾ ਅਜੇ ਆਪਣੇ ਹੀ ਲਿਬਾਜ਼ਾਂ ਦੀ ਚਮਕ ਦਮਕ ਤੋਂ ਨਹੀਂ ਰੱਜਿਆ, ਉਹਨੂੰ ਕਿਸੇ ਦਾ ਨੰਗੇਜ਼ ਕੀ ਦੱਸੇਗਾ? ਖਾਕ। ਉਹ ਨਹੀਂ ਕਿਸੇ ਦੀ ਮਦਦ ਕਰ ਸਕੇ। ਸੰਤੋਖ ਵਿੱਚੋਂ ਪੈਦਾ ਹੁੰਦੀ ਹੈ ਬਾਤ। ਮੇਰੇ ਇੱਥੇ ਮਿੱਤਰ ਹੈਗੇ ਨੇ, ਮੇਰੇ ਤੋਂ ਤੇ ਕਾਫੀ ਏਜ ਨੇ, ਮੇਰੇ ਤੋਂ ਤੇ ਵੱਡੇ ਬੱਚੇ ਨੇ ਉਹਨਾਂ ਦੇ, ਤੇ ਉਹ ਬੱਚੇ ਉਹਨਾਂ ਦੇ ਦੋਨੋਂ ਡਾਕਟਰ ਹੈਗੇ ਨੇ। ਪਰ ਆਪ ਉਹ ਇੱਥੇ ਕਾਫੀ ਸੋਹਣਾ ਉਹਨਾਂ ਨੇ ਕਾਰੋਬਾਰ ਆਪਣਾ ਸਟੈਬਲਿਸ਼ ਕੀਤਾ, ਬੜਾ ਵਧੀਆ ਕੰਮ ਚੱਲ ਰਿਹਾ। ਤੇ ਛੋਟੀ ਏਜ 'ਚ ਮੈਰਿਜ ਹੋ ਗਈ ਸੀ, ਇੰਡੀਆ 'ਚ ਬੱਚੇ ਵੀ ਜਲਦੀ ਆ ਗਏ। ਸੋ ਅਜੇ ਕਾਫੀ ਉਹ ਵੀ ਉਸ ਲੈਵਲ ਤੇ ਹੈਲਦੀ ਸੀ, ਬੜੇ ਸਿਹਤਯਾਬਤਾ ਸੀਗੇ। ਬਾਏ ਚਾਂਸ ਕਿਤੇ ਹੋਇਆ ਕਿ ਗੱਡੀ ਤੇ ਡਰਾਈਵ ਕਰਕੇ ਆ ਰਹੇ ਸੀ ਲੇਟ ਨਾਈਟ, ਕੋਈ ਡਰੰਕ ਡਰਾਈਵਰ ਨੇ ਲਿਆ ਕੇ ਗੱਡੀ ਮਾਰੀ ਵਿੱਚ, ਤੇ 2 ਦਿਨ ਕੋਮਾ 'ਚ ਰਹੇ। ਉਸ ਤੋਂ ਬਾਅਦ ਹੋਸ਼ ਆਈ ਤੇ ਪੁੱਛਦੇ ਤਰੀਕ ਕੀ? ਉਹਨਾਂ ਤਰੀਕ ਦੱਸੀ ਤੇ ਅਹਿਸਾਸ ਆਇਆ, ਓ ਹੋ ਬੜਾ ਨੇੜਿਓਂ ਹੋ ਕੇ ਆਏ ਨਾ। ਖਿਆਲ ਆਇਆ ਉਹ ਜੀਵਨ ਐਵੇਂ ਗੁਜ਼ਰ ਚੱਲਾ ਸੀਗਾ। ਬਸ ਸਭ ਕੰਮਕਾਰ ਧੰਦਾ ਸਭ ਛੱਡ ਦਿੱਤਾ, ਬੜਾ ਕਮਾਇਆ, ਬੜਾ ਖਾਇਆ, ਬੜਾ ਬਣਾਇਆ। ਬੱਚਿਆਂ ਨੂੰ ਕਿਹਾ ਆਪਣੇ ਬਣਦੇ ਸਰਦੇ ਜਿਹੜਾ ਤੁਸੀਂ ਆਪਣੀ ਉਜਰਤ ਕਰਦੇ ਹੋ ਇਹਦੇ 'ਚੋਂ ਹਿੱਸਾ ਮੈਨੂੰ ਦਿਓ, ਤੇ ਮੈਂ ਕਿਤੇ ਹੁਣ ਅਫਰੀਕਾ ਦੇ ਇੱਕ ਖਾਸ ਖੇਤਰ ਦੇ ਵਿੱਚ ਜਾ ਕੇ ਬੜਾ ਕੰਮ ਕਰਦੇ ਨੇ। ਮੈਨੂੰ ਵੀ 2-4 ਵਾਰੀ ਬੜਾ ਉਹਨਾਂ ਨੇ ਜ਼ੋਰ ਲਾਇਆ, ਪਲੀਜ਼ ਮੇਰੇ ਨਾਲ ਚੱਲੋ, ਅਸੀਂ ਉੱਥੇ ਕੁਛ ਕੰਮ ਕਰਨਾ ਹੈਗਾ। ਪਰ ਉੱਥੇ ਹੁਣ ਲਗਾਤਾਰ ਲੱਗੇ ਤੇ ਉਹ ਕਹਿੰਦੇ ਕਿ ਮੇਰੇ ਉੱਤੇ ਉੱਥੋਂ ਦੇ ਲੋਕਲ ਗਵਰਨਮੈਂਟ ਬੋਡੀਜ਼ ਨੇ 2-3 ਵਾਰੀ ਇਨਕੁਆਇਰੀ ਕਰਵਾ ਦਿੱਤੀ ਹੈ ਵੀ ਇਸ ਬੰਦੇ ਦਾ ਲਾਲਚ ਕੀ ਹੈ, ਜਿਹੜਾ ਬੰਦਾ ਇੱਥੇ ਹਰ ਵਕਤ ਇਹਨਾਂ ਨਾਲ ਤੁਰਿਆ ਫਿਰਦਾ ਹੈ, ਇਹ ਕੀ ਗੇਨ ਕਰ ਰਿਹਾ, ਕਿ ਇੱਥੋਂ ਅਰਨ ਕਰਨ ਦੀ ਟਰਾਈ ਕਰ ਰਿਹਾ ਹੈਗਾ, ਇਹਦਾ ਮੋਟਿਵ ਕੀ ਹੈਗਾ? ਕਿਉਂਕਿ ਬੰਦੇ ਨੂੰ ਕਈ ਵਾਰੀ ਸਮਝ ਵੀ ਨਹੀਂ ਨਾ ਆਉਂਦਾ ਵੀ ਆਖਰਕਾਰ ਇਹ ਕਿਉਂ ਕਮਲਾ ਹੋਇਆ, ਇਹ ਪਾਗਲ ਕਿਉਂ ਹੋਇਆ। ਜਦੋਂ ਦੂਜੇ ਮਰ ਰਹੇ ਨੇ, ਹਰ ਬੰਦਾ ਇਹਨਾਂ ਦੀ ਐਡਵਾਂਟੇਜ ਲੈ ਰਿਹਾ ਹੈਗਾ ਜਾਂ ਇਹਨਾਂ ਦੀ ਇਵਨ ਡਿਸਐਡਵਾਂਟੇਜ ਲੈਣ ਦੀ ਟਰਾਈ ਕੀਤੀ ਜਾ ਰਹੀ ਹੈਗੀ। ਐਂਡ ਵਾਈ ਐਕਚੁਅਲੀ ਦੈਟ ਇੰਡੀਵਿਜੂਅਲ ਇਜ਼ ਸੋ ਇੰਟਰਸਟਿਡ ਇਨ ਇਹਨਾਂ ਦੇ ਵੈਲਫੇਅਰ ਦੇ ਵਾਸਤੇ। ਤੋ ਕਹਿੰਦੇ ਉਹਨਾਂ ਨੂੰ ਮੈਂ ਕਈ ਵਾਰੀ ਅਹਿਸਾਸ ਕਰਾਉਣ ਦਾ ਯਤਨ ਕੀਤਾ, ਦੱਸਣ ਦਾ ਵੀ ਯਤਨ ਕੀਤਾ, ਤੁਹਾਨੂੰ ਨਹੀਂ ਪਤਾ ਜੋ ਮੈਂ ਐਕਸਪੀਰੀਅੰਸ ਕਰਕੇ ਆਇਆ ਨਾ, ਤੁਸੀਂ ਉੱਥੋਂ ਕਰਕੇ ਆਓਗੇ ਸ਼ਾਇਦ ਤੁਹਾਨੂੰ ਅਹਿਸਾਸ ਹੋਏ। ਮੈਂ ਮੌਤ ਦਾ ਦਰਵਾਜ਼ਾ ਲੰਘ ਕੇ ਆਇਆ, ਮੈਨੂੰ ਪਤਾ ਲੱਗ ਗਿਆ ਜੀਵਨ ਆਖਰਕਾਰ ਕਿਸੇ ਕੰਮ ਦਾ ਨਹੀਂ। ਪਰ ਸੰਤੋਖ, ਉਹ ਕਈ ਵਾਰੀ ਕਹਿਣਗੇ ਵੀ ਇੱਥੇ ਫਲਾਣਾ ਬਿਜ਼ਨਸ ਬੜਾ ਵਧੀਆ ਚੱਲ ਸਕਦਾ ਹੈ, ਫਲਾਣਾ ਕੰਮ ਕਰ ਸਕਦਾ, ਫਲਾਣਾ ਕੰਮ ਕਰ ਸਕਦਾ। ਉਹ ਕਹਿੰਦਾ ਮੈਂ ਬੜੇ ਕੀਤੇ ਨੇ ਬਿਜ਼ਨਸ, ਆਈ ਐਮ ਡਨ ਵਿਦ ਆਲ ਐਕਚੁਅਲੀ ਮਾਈ ਦੋਜ਼ ਬਿਜ਼ਨਸਿਸ ਐਂਡ ਦੋਟ ਪ੍ਰੋਫਿਟ ਅਰਨਿੰਗ ਕਾਈਂਡ ਆਫ ਐਕਟਸ। ਨਾਓ I am here to actually give back to the society, give back to the humanity। ਇਹ ਜਿਹੜੀ ਰੂਪਤਾ ਹੈ, ਇਹ ਖਾਸ ਕਰਕੇ ਜਿਹੜਾ ਬੰਦੇ ਦੇ ਅੰਦਰ ਇੱਕ ਤਰ੍ਹਾਂ ਦੇ ਨਾਲ ਜਿਹਨੂੰ ਕਿ ਅੰਦਰਲੀ ਫੁਲਫਿਲਮੈਂਟ ਵਿੱਚੋਂ ਬੁੱਕਾਂ, ਗੋਲੀਆਂ, ਇਹੋ ਜਿਹੀਆਂ ਚੀਜ਼ਾਂ, ਤੇ ਇਸ ਤੋਂ ਬਾਅਦ ਜਿਹੜੀ ਹੈ ਜਿਹਨੂੰ ਅਸੀਂ ਵਰਗਲਿਜ਼ਮ ਕਹਿੰਦੇ ਹੈਗੇ ਆ, ਮਤਲਬ ਗਾਲਾਂ ਤੇ ਖਾਸ ਰੂਪ ਦੇ ਵਿੱਚ ਫੈਮਿਨਨ ਜੈਂਡਰ ਦੇ ਖਿਲਾਫ ਇੱਕ ਐਬਿਊਸਿਵ ਨੇਚਰ ਕਿਵੇਂ ਉਹ ਲਗਾਤਾਰ ਪ੍ਰਮੋਟ ਕਰ ਰਹੇ ਨੇ, ਤੇ ਉਹਦੀ ਜੀਵੰਤ ਤਸਵੀਰ ਤੁਹਾਨੂੰ 4 ਚੁਫੇਰੇ ਮਿਲ ਰਹੀ ਹੈ। ਸੋ ਇਹ ਇਨਫਲੂਐਂਸ ਕਿੱਥੋਂ ਆਇਆ? ਕਿਉਂਕਿ ਸਰੋਤ ਇਹ ਰੱਖੀ ਇਸ ਰੂਪ ਦੇ ਵਿੱਚ, ਜੇ ਸਰੋਤ ਬਦਲ ਲਈ ਜਾਏ, ਜੇ ਇਹ ਮਾੜਾਪਨ ਇੰਨਾ ਪ੍ਰਭਾਵ ਪਾ ਸਕਦਾ ਹੈ, ਜੇ ਸਰੋਤ ਚੰਗੇਰੀ ਹੋ ਜੇ, ਵਧੀਆ ਹੋ ਜੇ, ਤੇ ਡੈਫੀਨੇਟਲੀ ਬੰਦਿਆਂ ਦਾ ਕਰੈਕਟਰ ਤੇ ਕਿਰਦਾਰ ਵੀ ਬਦਲਣਾ ਸ਼ੁਰੂ ਹੋ ਜਾਏਗਾ। ਉਹੀ એનર્ਜੀ ਚੈਨਲਾਈਜ਼ ਹੋ ਜਾਏਗੀ ਚੰਗੇ ਪਾਸੇ। ਗੁਰੂ ਸਾਹਿਬ ਜ਼ਿਕਰ ਕਰਦੇ ਕਿਉਂਕਿ ਚੰਗੇਰਾ ਸੁਣਿਆ, ਇਸ ਕਰਕੇ ਸਤ ਸੰਤੋਖ ਉਹ ਵਿਚਾਰ ਆ ਗਏ। ਬੰਦਾ ਅੰਦਰ ਹਰ ਵਕਤ ਜਿਹੜੀ ਭੁੱਖ ਪਈ ਆ, ਅੰਦਰ 1000 ਮਿਲ ਗਿਆ ਤਾਂ ਵੀ ਭੁੱਖ ਹੈ, 10,000 ਮਿਲ ਗਿਆ ਤਾਂ ਵੀ ਭੁੱਖ ਹੈ, ਇਹ ਹਾਲਤ ਬਣੀ ਪਈ ਹੈ। ਇਹਦੇ ਚੋਂ ਬਾਹਰ ਨਿਕਲ ਆਇਆ ਬੰਦਾ, ਸਤ ਸੰਤੋਖ। ਤੇ ਅਗਲਾ ਬਚਨ ਹੈ ਗਿਆਨ, ਸਮਝ ਆ ਜਾਣੀ। ਸਮਝ ਦਾ ਹੋਣਾ ਬਹੁਤ ਜ਼ਰੂਰੀ ਹੈਗਾ। ਜੇ ਇਹਨੂੰ ਹੋਰ ਸਰਲ ਭਾਵ ਵਿੱਚ ਕਰਾਂ, ਡਾਇਸਪੋਰਾ 'ਚ ਬੈਠੇ ਹਾਂ ਤੇ ਖਾਸ ਕਰਕੇ ਅਸੀਂ ਜੇ ਇਸ ਲੈਵਲ ਆਲੇ ਦੁਆਲੇ ਦੇਖਦੇ ਹਾਂ
ਤੇ ਸਾਡੇ ਲਈ ਸਭ ਤੋਂ ਵੱਧ ਜਿਹੜੀ ਪ੍ਰੀਸ਼ੀਅਸ ਚੀਜ਼ ਹੈ, ਵੈਲਿਊਬਲ ਚੀਜ਼ ਹੈ, ਉਹ ਕੀ ਹੈ? ਬੰਦਾ ਕਹੇਗਾ ਸਰਮਾਇਆ, ਦੌਲਤ। ਉਸ ਤੋਂ ਬਾਅਦ ਗੱਲ ਆਏਗੀ ਰੀਅਲ ਸਟੇਟ ਦੀ। ਨੋ, ਥੀਸ ਥਿੰਗਸ ਆਰ ਨਥਿੰਗ। ਸਭ ਤੋਂ ਜਿਹੜੀ ਸਾਡੇ ਵਾਸਤੇ ਵੈਲਿਊਬਲ ਚੀਜ਼, ਪ੍ਰੀਸ਼ੀਅਸ ਚੀਜ਼ ਹੈਗੀ ਸਾਡੀਆਂ ਆਉਣ ਵਾਲੀਆਂ ਜਨਰੇਸ਼ਨਸ। ਜੇ ਅਸੀਂ ਉਹਨਾਂ ਨੂੰ ਨਾ ਸੰਭਾਲ ਸਕੇ, ਉਹਨਾਂ ਨੂੰ ਸਹੀ ਰੂਪ ਵਿੱਚ ਕੁਝ, ਇੱਕ ਹੋਰ ਰੰਗ ਦੇਖਿਓ ਜੇ, ਬਹੁਤ ਸਾਰੇ ਮਤਲਬ ਬੰਦੇ ਦੇ ਜੀਵਨ ਦੇ ਵਿੱਚ ਮੁਸ਼ਕਲਸ ਆਉਂਦੇ ਨੇ, ਚੈਲੰਜਸ ਆਉਂਦੇ ਨੇ। ਸਭ ਤੋਂ ਵੱਡਾ ਚੈਲੰਜਸ ਬੰਦੇ ਦੇ ਵਿੱਚ ਜਿਹੜਾ ਹੁੰਦਾ, ਇਹਨੂੰ ਅਸੀਂ ਕਹਿੰਦੇ ਹਾਂ ਆਈਡੈਂਟੀਟੀ ਕ੍ਰਾਈਸਿਸ। ਜਦੋਂ ਜਨਰੇਸ਼ਨਸ ਜਾਂ ਲੋਕ ਉਹਦੇ ਥਰੂ ਗੁਜ਼ਰਦੇ ਨੇ ਨਾ, ਫਿਰ ਉਹ ਬਿਲਕੁਲ ਕੋਲੈਪਸ ਕਰ ਜਾਂਦੇ ਨੇ, ਡਿੱਗ ਜਾਂਦੇ ਨੇ। ਇਹਦੀ ਮਿਸਾਲ ਤੁਹਾਡੇ ਸਾਹਮਣੇ ਕੈਰੇਬੀਅਨ ਪੂਰੇ ਦਾ ਪੂਰਾ ਹੈਗਾ। ਤੁਹਾਡੇ ਸਾਹਮਣੇ ਫਿਜੀ ਤੋਂ ਆਏ ਹੋਏ ਲੋਕ ਤੁਸੀਂ ਦੇਖੋ ਵੱਡੇ ਤਰੀਕੇ ਦੇ ਨਾਲ। ਰੀਜ਼ਨ ਕਿਉਂਕਿ ਆਈਡੈਂਟੀਟੀ ਕ੍ਰਾਈਸਿਸ ਆ ਗਿਆ। ਬੰਦੇ ਨੂੰ ਪਤਾ ਹੀ ਨਹੀਂ ਮੈਂ ਕਿੱਥੋਂ ਬਿਲੋਂਗ ਕਰਦਾ, ਮੈਂ ਕੀ ਹਾਂ, ਮੈਂ ਕੀ ਕਰਨਾ, ਕਿ ਇੱਕ ਬਿਲਕੁਲ ਗਵਾਚ ਗਿਆ। ਹੁਣ ਕੀ ਹੈ ਕਿ ਬਿਨਾਂ ਜਿਹੜੀ ਏਮਲੈਸ ਜ਼ਿੰਦਗੀ ਹੋ ਗਈ, ਗੋਲ ਹੀ ਕੋਈ ਨਹੀਂ। ਬਲਕਿ ਜੇ ਕਿਤੇ ਹੋਰ ਡੀਪ ਲੈਵਲ ਤੇ ਦੇਖਿਆ ਜਾਏ ਤੇ ਬੰਦੇ ਨੂੰ ਕਿਤੇ ਨਾ ਕਿਤੇ ਇਹ ਚੀਜ਼ ਵੀ ਸਤਾਉਂਦੀ ਹੈ ਕਿ ਨਹੀਂ, ਮੇਰਾ ਕਲਚਰ ਮੈਨੂੰ ਇਹ ਦੱਸ ਰਿਹਾ ਹੈ, ਮੈਨੂੰ ਜੋ ਕੁਝ ਸਕੂਲ ਆਫ ਥਾਟ ਮੇਰੇ ਪੇਰੈਂਟਸ ਨੇ ਦਿੱਤਾ ਉਹ ਮੈਨੂੰ ਆਹ ਦੱਸ ਰਿਹਾ ਸੀਗਾ, ਬਟ ਮੈਂ ਇਹਦੇ ਬਿਲਕੁਲ ਓਪੋਜ਼ਿਟ ਬਿਹੇਵ ਕਰ ਰਿਹਾ। ਇਜ਼ ਇਟ ਰਾਈਟ ਔਰ ਰੋਂਗ? ਫਿਰ ਬੰਦਾ ਉਹੋ ਜਿਹੇ ਲੋਕਾਂ ਨੂੰ ਆਲੇ ਦੁਆਲੇ ਲੱਭਦਾ ਹੈ ਜਿਹੜੇ ਉਹਨੂੰ ਇਹ ਕਹਿਣ ਵੀ ਨੋ ਯੂ ਆਰ ਡੂਇੰਗ ਰੀਅਲੀ ਰਾਈਟ, ਯੂ ਆਰ ਡੂਇੰਗ ਰੀਅਲੀ ਗੁੱਡ, ਤੂੰ ਗਲਤ ਹੈ ਹੀ ਨਹੀਂਗਾ। ਇਸ ਕਿਸਮ ਦੇ ਲੋਕ ਮਿਲ ਜਾਂਦੇ ਨੇ ਸਾਨੂੰ। ਪਰ ਕਿਤੇ ਨਾ ਕਿਤੇ ਡੀਪ ਲੈਵਲ ਤੇ ਚੀਜ਼ ਹੋ ਰਹੀ ਹੁੰਦੀ ਹੈ ਵੀ ਪਤਾ ਨਹੀਂ ਠੀਕ ਵੀ ਹੈ ਕਿ ਨਹੀਂ ਹੈਗਾ। ਸੋ ਇਹ ਸਾਨੂੰ ਇਹਦੇ ਉੱਤੇ ਜਿਹੜੀ ਐਫਰਟ ਪਾਉਣੀ, ਤੇ ਇਹ ਵੀ ਚੀਜ਼ ਚੇਤੇ ਰੱਖਿਆ ਜੇ, ਜਿਹੜੇ ਖਾਸ ਕਰਕੇ ਸਾਡੀਆਂ ਜਨਰੇਸ਼ਨਸ ਹੈਗੀਆਂ ਨੇ, ਇਹ ਸਾਰੇ ਦੀਆਂ ਸਾਰੀਆਂ ਜਿਹੜੀਆਂ ਆਉਣ ਵਾਲੀਆਂ ਨੇ ਕੋਰੀ ਸਲੇਟ ਦੀ ਤਰ੍ਹਾਂ ਨੇ। ਇਹਨਾਂ ਦੇ ਉੱਤੇ ਜਿਸ ਤਰੀਕੇ ਨਾਲ ਲਿਖਿਆ ਜਾਏਗਾ ਉਹੀ ਇਹਨਾਂ ਨੇ ਜਾ ਕੇ ਪੜ੍ਹਨਾ, ਉਹੀ ਸਮਝਣਾ ਹੈਗਾ। ਤੇ ਇਹਦੇ ਲਈ ਸਾਨੂੰ ਗਿਆਨ, ਹੁਣ ਗਿਆਨ ਦੀ ਗੱਲ ਵੀ ਲੈ ਲੈਣਾ, ਬੱਚੇ ਟੀਚਰਸ ਤੋਂ ਗਿਆਨ ਲੈਂਦੇ ਨੇ। ਮੈਂ ਛੋਟੀ ਜਿਹੀ ਬੇਨਤੀ ਹੋਰ ਕਰਾਂਗਾ, ਨਾਓ ਡੇਜ਼ ਵੀ ਆਰ ਇਨ ਟੋਟਲੀ ਡਿਫਰੈਂਟ ਕਾਈਂਡ ਆਫ ਏਰਾ ਔਰ ਡਿਫਰੈਂਟ ਕਾਈਂਡ ਆਫ ਟਾਈਮ, ਬਿਕੋਜ਼ most of actually kids you can see, they don't actually for them nothing is credible, their teachers are not credible, ਉਹਨਾਂ credible source ਨਹੀਂ ਹੈਗੇ ਟੀਚਰ ਉਹਨਾਂ ਦੇ, ਪਹਿਲਾਂ ਸੀਗੇ ਕਦੇ, ਹੁਣ ਨਹੀਂ। ਪੇਰੈਂਟਸ ਨਹੀਂ ਹੈਗੇ। ਸਭ ਤੋਂ credible source ਕੀ ਉਹਨਾਂ ਵਾਸਤੇ? ਗੂਗਲ। ਹਾਲਾਂਕਿ ਇਹ ਨਹੀਂ ਪਤਾ ਕਿ ਉਹ ਕਿੰਨਾ ਨੋਨ ਕ੍ਰੈਡੀਬਲ ਤੇ ਜਿਹੜਾ ਹੈਗਾ ਕਿੰਨਾ ਜਿਹੜੀ ਮੈਸ ਕ੍ਰੀਏਟ ਕਰਨ ਵਾਲਾ ਹੈਗਾ। ਪਰ ਇਹ ਡੀਪ ਲੈਵਲ ਤੇ ਅੰਡਰਸਟੈਂਡਿੰਗ ਜਿੰਨੇ ਚਿਰ ਤੱਕ ਆਉਣੀ ਹੈ ਉਨੀ ਚਿਰ ਤੱਕ ਕਈ ਬਲੀਫ ਬਣ ਜਾਣੇ ਨੇ, ਕਈ ਰਾਵਾਂ ਟੁੱਟ ਜਾਣੀਆਂ ਨੇ, ਕਿੰਨਾ ਕੁਝ ਹੋਣਾ ਹੈਗਾ। ਪਰ ਇੱਕ ਚੀਜ਼ ਅਜੇ ਵੀ ਕੰਮ ਕਰਦੀ ਹੈਗੀ, ਇੱਕ ਰੈਮਡੀ ਦੀ ਤਰ੍ਹਾਂ। ਉਹ ਕੀ ਹੈ ਕਿ ਜੇਕਰ ਤੁਸੀਂ ਪਿਆਰ, ਸਨੇਹ ਤੇ ਇੱਕ ਜਿਹਨੂੰ ਲਵ ਐਂਡ ਅਫੈਕਸ਼ਨ ਕਈ ਵਾਰੀ ਕਹਿੰਦੇ ਆ, ਉਹ ਆਲੇ ਦੁਆਲੇ ਬਣਾ ਕੇ ਰੱਖੋ ਆਪਣੇ ਘਰਾਂ ਥਾਵਾਂ ਦੇ ਵਿੱਚ, ਤੇ ਉਹ ਅਸੀਂ ਸੋਚਦੇ ਹਾਂ ਅਸੀਂ ਮਟੀਰੀਅਲ ਨਾਲ ਬਣਾ ਲਵਾਂਗੇ, ਪੈਸਾ ਵੱਧ ਕਮਾ ਲਈਏ, ਆ ਕੇ ਬੱਚਿਆਂ ਤੇ ਉਡਾ ਦਈਏ, ਬੱਚੇ ਬੜੇ ਖੁਸ਼ ਹੋਣਗੇ, ਉਹਨਾਂ ਨੂੰ ਮਹਿੰਗੇ ਹੋਟਲਾਂ 'ਚ ਲੈ ਜਾਵਾਂਗੇ, ਉਹਨਾਂ ਨੂੰ ਟੂਰਸ ਕਰਾਵਾਂਗੇ, ਉਹਨਾਂ ਨੂੰ ਫਲਾਂ ਥਾਵਾਂ ਤੇ ਕਰਾਵਾਂਗੇ। ਸਟੱਡੀਜ਼ ਇਹ ਦੱਸਦੀਆਂ ਨੇ ਥੀਸ ਥਿੰਗਸ ਡੂ ਨੋਟ ਵਰਕ ਇਨ ਦੈਟ, ਜਿਹੜਾ ਖਾਸ ਕਰਕੇ ਲਵ ਐਂਡ ਅਫੈਕਸ਼ਨ ਨੂੰ ਡਿਵੈਲਪ ਕਰਨ ਦੇ ਵਿੱਚ ਜਿਹੜੀ ਉੱਥੇ ਸਭ ਤੋਂ ਵੱਧ ਚੀਜ਼ ਕੰਮ ਕਰਦੀ ਹੈਗੀ ਹੈ, ਉਹ ਹੈ ਤੁਹਾਡਾ ਜਿਹੜਾ ਬੇਸ਼ਕੀਮਤੀ ਸਮਾਂ ਹੈਗਾ, ਜਿਹੜਾ ਤੁਹਾਡਾ ਪ੍ਰੋਡਕਟਿਵ ਤੇ ਕ੍ਰੀਏਟਿਵ ਟਾਈਮ ਆ। ਹੁਣ ਮੈਂ 12 ਘੰਟੇ ਲਾ ਕੇ ਆਇਆ ਕਿਤੇ ਤੇ ਆਈ ਐਮ ਆਲਰੇਡੀ ਡੈਡਲੀ ਟਾਇਰਡ ਐਂਡ ਆਫਟਰ ਦੈਟ ਆਈ ਐਮ ਥਿੰਕਿੰਗ ਮੈਂ ਨਾ 2 ਘੰਟੇ ਨੂੰ ਬੱਚੇ ਨਾਲ ਸਪੈਂਡ ਕਰਾਂਗਾ ਜਾ ਕੇ। ਆਰ ਯੂ ਕਿਡਿੰਗ ਮੀ? ਤੂੰ ਆਪਣੇ ਆਪ ਜੋਗਾ ਨਹੀਂ ਹੈਗਾ ਹੁਣ। ਮਤਲਬ 12 ਘੰਟੇ ਬਾਅਦ ਡੈਡਲੀ ਟਾਇਰਡ ਆ, ਬ੍ਰੇਨ ਮੇਰਾ ਨਹੀਂ ਕੰਮ ਕਰਦਾ, ਫਿਜ਼ੀਕਲ ਐਬਿਲਿਟੀ ਮੇਰੇ ਕੋਲ ਨਹੀਂ ਹੈਗੀ। ਹਾਂ, ਜਿਹੜੀ ਚੀਜ਼ ਹੋਏਗੀ ਉਹ ਹੋਏਗੀ, ਮੈਂ ਬੱਚੇ ਨੂੰ ਖਿੱਚ ਕੇ ਜ਼ਰੂਰ ਪਾਵਾਂਗਾ। ਜਿਹੜੀ ਥੋੜੀ ਬਹੁਤੀ ਪੋਸੀਬਿਲਿਟੀ ਵੀ ਹੈਗੀ ਨਾ ਵਿੱਚ, ਜਿਹੜੇ ਵਿਚਾਰਾ ਮੈਨੂੰ ਵੇਟ ਕਰ ਰਿਹਾ ਸੀਗਾ, ਉਹ ਵੀ ਜਾਂਦੀ ਲੱਗੇਗੀ। ਸੋ ਇੱਥੇ ਹੈ ਵੈਰੀ ਪ੍ਰੋਡਕਟਿਵ ਐਂਡ ਕ੍ਰੀਏਟਿਵ ਟਾਈਮ, ਜਦੋਂ ਤੁਸੀਂ ਫੁੱਲ ਵਿਦ ਐਨਰਜੀ ਹੈਗੇ ਹੋ, ਤੁਹਾਡੀ ਜਿਹੜੀ ਕੋਗਨੀਸ਼ਨ ਫੰਕਸ਼ਨਿੰਗ ਪ੍ਰੋਪਰ ਕੰਮ ਕਰ ਰਹੀ ਹੈਗੀ ਹੈ, ਐਂਡ ਯੂ ਆਰ ਰੀਅਲ ਯੂਅਰ ਸੈਲਫ, ਜਿਹੜੇ ਤੁਸੀਂ ਵਾਕਿਆ 'ਚ ਹੀ ਹੈਗੇ ਉਹ ਹੋਵੋਗੇ। ਫਿਰ ਬੱਚਾ ਵੇਖ ਲੇਗਾ, ਵਾਹ ਮੇਰਾ ਡੈਡ ਤੇ ਕਮਾਲ ਦਾ ਬੰਦਾ ਹੈਗਾ, ਮੇਰੀ ਮਮ ਜਿਹੜੀ ਹੈ ਨਾ ਉਹਦੇ ਵਰਗਾ ਕੋਈ ਉਹਦੀ ਰਿਪਲੇਸਮੈਂਟ ਨਹੀਂ ਹੋ ਸਕਦੀ, ਮੇਰਾ ਗ੍ਰੈਂਡਪਾ ਜਿਹੜਾ ਹੈਗਾ ਬੈਸਟ ਗ੍ਰੈਂਡਪਾ ਹੈਗਾ, ਮੇਰੀ ਗ੍ਰੈਂਡਮਾ ਜਿਹੜੀ ਹੈਗੀ ਹੈ ਨਾ ਬਸ ਕਮਾਲ। ਆਰੂਪਤਾ ਜਿਹੜੀ ਹੈ,
ਫਿਰ ਜੇ ਉਹ ਇਸ ਤਰੀਕੇ ਨਾਲ ਮੇਰੀਆਂ ਨਜ਼ਰਾਂ ਦੇ ਵਿੱਚ ਕੋਈ ਇੰਪੋਰਟੈਂਸ ਰੱਖਦੇ ਨੇ, ਉਹਨਾਂ ਦਾ ਕੋਈ ਵੇ ਜਿਹੜਾ ਹੈਗਾ ਉਹ ਮੈਂ ਉਸ ਲੈਵਲ ਤੇ ਐਕਸੈਪਟ ਕਰਦਾ, ਅਡਾਪਟ ਕਰਦਾ, ਫਿਰ ਉਹਨਾਂ ਦੀ ਕਹੀ ਹੋਈ ਗੱਲ ਵੀ ਕ੍ਰੈਡੀਬਲ ਹੋਏਗੀ ਮੇਰੇ ਵਾਸਤੇ। ਦੈਨ ਆਈ ਡੋਂਟ ਹੈਵ ਟੂ ਚੈੱਕ ਦੋਜ਼ ਥਿੰਗਸ। ਮੈਨੂੰ ਪਤਾ ਲੱਗ ਜਾਏਗਾ ਨਹੀਂ ਮੇਰੇ ਫਾਦਰ ਸਾਹਿਬ ਇਹ ਕਹਿੰਦੇ ਸੀਗੇ, ਇਹ ਗੱਲ ਵਾਕਈ 'ਚ ਹੀ ਮਾਇਨੇ ਰੱਖਦੀ। ਇਹ ਰੂਪਤਾ ਹੈ, ਇਹ ਹੈ ਸੁਣਿਆ ਸਤ ਸੰਤੋਖ ਗਿਆਨ। ਜੇ ਤੁਸੀਂ ਉਸ ਕਿਸਮ ਦਾ ਮਾਹੌਲ ਬਣਾ ਲਵੋ, ਫਿਰ ਇੱਕ ਰੰਗ ਹੋਰ ਦੇਖੋ, ਸੁਣਿਆ ਦੀ ਬਾਤ ਆ ਰਹੀ, ਬੱਚਿਆਂ ਦੀ ਬਾਈ ਚਾਂਸ ਬਾਤ ਆਈ ਹੈ, ਕਿਉਂਕਿ ਜਿਹੜੀ ਗੱਲ ਸਾਡੇ ਵਾਕਿਆ 'ਚ ਹੀ ਫਾਇਦੇ ਵਿੱਚ ਜਾ ਸਕਦੀ ਹੈਗੀ ਹੈ। ਮੈਂ ਵੀ ਐਜ਼ ਏ ਪੇਰੈਂਟ ਬੜੀ ਸਟਰਗਲ ਕਰ ਰਿਹਾ ਹਾਂ। ਨੋਟ ਐਕਚੁਅਲੀ ਸੇਇੰਗ ਦਿਸ ਇਜ਼ ਕੋਈ ਜਿਹੜੀ ਹੈਗੀ ਹੈ ਕਿਸੇ ਕਿਸਮ ਦੀ ਕੋਈ ਸਿਲਵਰ ਰੂਲ ਹੈਗਾ ਜਾਂ ਕੋਈ ਮੈਜਿਕ ਬੁਲੇਟ ਹੈਗੀ ਜਿਹਨੂੰ ਲੋਕੀ ਕਹਿੰਦੇ ਨੇ ਐਂਡ ਯੂ ਕੈਨ ਐਕਚੁਅਲੀ ਸ਼ੂਟ ਵਿਦ ਦੈਟ ਈਚ ਐਂਡ ਐਵਰੀ ਇਸ਼ੂ। ਨੋ there are so many issues we all are facing, we are all in same boat। ਪਰ ਇਹ ਸੱਚ ਆ ਬੜਾ ਵੱਡਾ ਕਿ ਜਦੋਂ ਬੱਚੇ ਨਾਲ ਗੱਲ ਕੀਤੀ ਜਾਂਦੀ ਹੈ ਨਾ, ਜਿਹੜੀਆਂ ਤੁਹਾਡੀਆਂ ਗੱਲਾਂ ਨੇ, that talks actually we should ਜਿਹੜਾ ਹੈਗਾ handle our talks like gems and diamonds। ਜਿਵੇਂ ਹੀਰੇ ਜਵਾਹਰਾਤ ਹੁੰਦੇ ਨੇ ਨਾ, ਤੇ ਉਹ ਗਿਵ ਅਵੇ ਕਰਨ ਲੱਗਿਆ ਲੋਕੀ ਕਿੰਨਾ ਸੋਚਦੇ ਨੇ, ਐਵੇਂ ਸਾਨੂੰ ਗੱਲਾਂ ਕਰਨੀਆਂ ਚਾਹੀਦੀਆਂ ਨੇ ਬੱਚਿਆਂ ਦੇ ਨਾਲ। ਜੇ ਮੈਂ ਇੱਕੋ ਗੱਲ ਹੀ ਸਵੇਰ ਤੋਂ ਸ਼ਾਮ ਤੱਕ ਕਹੀ ਜਾਣਾ, ਸਕਰੀਨ ਟਾਈਮ ਲੈਸ ਹੋਣਾ ਚਾਹੀਦਾ, ਲੈਸ ਹੋਣਾ ਚਾਹੀਦਾ, ਲੈਸ ਹੋਣਾ ਚਾਹੀਦਾ, ਦੈਨ ਉਹਨੇ ਸੋਚ ਲੈਣਾ ਕਿ ਦੇਰ ਇਜ਼ ਨਥਿੰਗ ਐਕਚੁਅਲੀ ਡਿਫਰੈਂਸਿਸ ਬਿਟਵੀਨ ਦਿਸ ਪਰਸਨ ਐਂਡ ਇਨ ਟੇਪ ਰਿਕਾਰਡਰ ਔਰ ਐਨੀ ਕਾਈਂਡ ਆਫ ਡਿਵਾਈਸ। ਉਹ ਵੀ ਬੋਲੀ ਜਾਂਦਾ ਹੈ ਰਿਪੀਟਡਲੀ, ਇਹ ਵੀ ਬੋਲੀ ਜਾਂਦਾ ਹੈ, ਕੋਈ ਚੀਜ਼ ਹੈ। ਤੇ ਘਰਾਂ ਦੇ ਵਿੱਚ ਮਾਫੀ ਮੰਗਾਂਗਾ, ਪੇਰੈਂਟਸ ਇਸੇ ਤਰ੍ਹਾਂ ਹੀ ਜਿਹੜਾ ਸਾਊਂਡ ਕਰਦੇ ਨੇ ਜਿਵੇਂ ਕੋਈ ਮਸ਼ੀਨ ਚੱਲ ਰਹੀ ਹੁੰਦੀ ਹੈ, ਸੇਮ ਚੀਜ਼ ਉਹੀ ਚੀਜ਼ ਵਾਰ 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 ਵਾਰ। ਵੀ ਜੇ 2 ਘੰਟੇ ਪਹਿਲਾਂ ਕਹਿਣ ਦਾ ਅਸਰ ਨਹੀਂ ਹੋਇਆ, ਹੁਣ ਕੀ ਹੋ ਜਾਏਗਾ? ਜੇ ਸਵੇਰ ਦਾ 10 ਵਾਰੀ ਕਹਿ ਲਿਆ ਉਦੋਂ ਅਸਰ ਨਹੀਂ ਹੋਇਆ, ਹੁਣ ਕੀ ਹੋ ਜਾਏਗਾ? ਦੈਨ ਵੀ ਹੈਵ ਟੂ ਚੇਂਜ ਆਵਰ ਸਟ੍ਰੈਟਜੀ। ਜਿਹੜੀ ਇੰਟੈਂਟਿਵ ਲਿਸਨਿੰਗ ਉਹ ਐਬਿਲਿਟੀ ਹੈ, ਉਹ ਜੇ ਤੁਸੀਂ ਚਾਹੁੰਦੇ ਹੋ, ਦੈਨ ਯੂ ਹੈਵ ਟੂ ਐਕਚੁਅਲੀ ਚੇਂਜ ਯੂਅਰ ਮੈਥਡ। ਸੋ ਉਸ ਰੂਪ ਦੇ ਵਿੱਚ ਵੀ ਬਾਤ ਕੀਤੀ ਜਾਏ, ਬਾਤ ਉਨੀ ਕੀ ਕੀਤੀ ਜਾਏ। ਕਈ ਵਾਰੀ ਸਾਡੇ ਤੇ ਆਪ ਹੈਰਾਨਗੀ ਕਰੋਗੇ ਕਿ ਅਸੀਂ ਕਿਤੇ ਪੇਰੈਂਟਿੰਗਸ ਦੇ ਟੂਲਸ ਲਰਨ ਕਰਦੇ ਸੀਗੇ, ਤੇ ਉਹ ਕਹਿੰਦੇ ਕਈ ਵਾਰ ਨਾ ਬੱਚਿਆਂ ਦੇ ਕੋਲ ਜਸਟ ਵਿਸਪਰ ਕਰੋ, ਜਸਟ ਹੌਲੀ ਜੀ ਇਸ ਤਰੀਕੇ ਦੇ ਨਾਲ, ਤੇ ਬੱਚਾ ਰਾਈਟ ਵੇ ਸੋਚੇਗਾ ਵੀ ਅੱਗੇ ਤੇ ਬੜਾ ਯੈਲ ਕਰਕੇ ਕਹਿੰਦੇ ਸੀ, ਅੱਜ ਕੀ ਗੱਲ ਹੈ? ਮਮ ਵਾਟ ਵਰ ਯੂ ਸੇਇੰਗ? ਨਥਿੰਗ ਬੇਟਾ, ਜਸਟ no 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 I really want to actually hear it। ਅੱਛਾ ਨਹੀਂ ਬੇਟਾ ਛੱਡ ਪਰਾਂ, ਸੁਣ ਕੇ ਕੀ ਕਰਾਂਗਾ? ਨਹੀਂ ਨਹੀਂ ਦੱਸੋ ਮੈਨੂੰ। ਹਾਂ ਬੇਟਾ ਮੈਂ ਕਹਿ ਰਿਹਾ ਸੀਗਾ ਹੋਮਵਰਕ ਜਿਹੜਾ ਹੈਗਾ ਨਾ ਔਨ ਟਾਈਮ ਕਰਨਾ ਚਾਹੀਦਾ। ਓਕੇ ਆਈ ਵਿਲ ਡੂ ਇਟ ਮਮ, ਡੋਂਟ ਵਰੀ। ਇਹ ਰਿਸਪੌਂਡ, ਇਸ ਤਰੀਕੇ ਦਾ ਰਿਸਪੌਂਸ ਤੁਹਾਨੂੰ ਪਹਿਲਾਂ ਨਹੀਂ ਮਿਲਿਆ ਹੋਏਗਾ। ਤੁਸੀਂ ਦੇਖੋ ਬਹੁਤ ਛੋਟੀਆਂ ਛੋਟੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ, ਇਟ ਵਰਕਸ। ਪਰ ਇਹ ਹੈ ਕਿ ਕਈ ਵਾਰ ਸਾਡਾ ਜਿਹੜਾ ਹੈਗਾ ਉਹ ਲੈਵਲ ਜਿਹੜਾ, ਤੇ ਇਹ ਸਾਡੇ ਵਾਸਤੇ ਵੀ ਹੁੰਦਾ ਹੈਗਾ, ਅਸੀਂ ਆਪਣੇ ਵਾਸਤੇ ਵੀ ਸੋਚੀਏ। ਖੈਰ ਸਮਾਂ ਸਮਾਪਤ ਹੈ। ਸੁਣਿਆ ਸਤ ਸੰਤੋਖ ਗਿਆਨ, ਜੇ ਇੰਟੈਂਟਿਵ ਲਿਸਨਸ ਹੋ ਕੇ ਕਰਤਾਰ ਦੇ ਉਸ ਰੰਗ ਜਾਵਾਂਗੇ, ਸਾਡੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੇ ਵਰਸਾਏ ਹੋਏ ਸੰਤੋਖੀ ਗੁਣ ਅਤੇ ਉਸ ਸੁੱਚੇ ਗਿਆਨ ਦੀ ਐਬਿਲਿਟੀ ਪੈਦਾ ਹੋਏਗੀ। ਆਉਂਦੇ ਕੱਲ ਰਹਿੰਦੇ ਬਚਨਾਂ ਦੀ ਵਿਆਖਿਆ ਕਰਕੇ ਸਮਾਪਤੀ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ। ਭੁੱਲਾਂ ਗਲਤੀਆਂ ਨਾ ਚਤਾਰਨੀਆਂ ਕਹਿ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।